ਵਾਹਿਗੁਰੂ ਸਾਹਿਬ ਜੀ। ਗਗਨ ਦਮਾਮਾ ਬਾਜਿਓ, ਪਰਿਓ ਨੀਸਾਨੈ ਕਾਓ। ਏਤ ਜੋ ਮੰਡਿਓ ਸੂਰਮਾ, ਅਬ ਜੂਜਨ ਕੋ ਦਾਓ। ਸੁਕਾਓ ਟਲ ਗੁਰ ਸੇਵੀਆ, ਅਹਨਿਸ ਸਹਜ ਸੁਭਾ। ਦਰਸ਼ਨ ਪਰਸਿਆਏ, ਜਨਮ ਮਰਨ ਦੁਖ ਹੋਵੈ ਸਿਫਤ ਖਸਮ ਦੀ। ਨੂਰ ਅਰਸੋਂ ਕੁਰਸੋਂ ਤੁਧ ਡਿਠੇ ਸੱਚੇ ਪਾਤਸ਼ਾਹ। ਮਲ ਜਨਮ ਕਟੀਐ, ਤੁਧ ਡਿਠੇ ਸੱਚੇ ਪਾਤਸ਼ਾਹ। ਮਲ ਜਨਮ ਜਨਮ ਦੀ ਕਟੀਐ। ਬ੍ਰਹਮਾਦਿਕ ਸਨਕਾਦਿਕ ਸਾਰੇ, ਛੇਕ ਸਾਰਦਾ ਪਾਏ ਨਾ ਪਾਰੇ। ਧਿਆਨ ਵਿਖੈ ਜੋਗੀਸ਼ਰ ਧਿਆਵੈ, ਰਿਖ ਨਾਰਦ ਤੇ ਆਦਿਕ ਗਾਵੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰਾਂ ਦੀ ਸਾਜੀ ਨਵਾਜੀ ਗੁਰੂ ਕੀ ਸੰਗਤ। ਸਤਿਗੁਰਾਂ ਨੇ ਸਤ ਸੰਗਤ ਦੇ ਸੁਭਾਗੇ ਸਮੇਂ ਬਖਸ਼ੇ। ਗੁਰਬਾਣੀ ਦਾ ਕੀਰਤਨ ਆਪ ਸੰਗਤਾਂ ਨੇ ਸਰਵਣ ਕੀਤਾ ਹੈ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀਆਂ ਦੇ ਜੋ ਜੀਵਨ ਦੀ ਕਥਾ ਹੈ, ਆਪਾਂ ਸਰਵਣ ਕਰ ਰਹੇ ਹਾਂ। ਪਿਛਲੇ ਦੀਵਾਨ ਦੇ ਵਿੱਚ ਆਪਾਂ ਇਹ ਬਚਨ ਸਰਵਣ ਕੀਤੇ ਸਨ ਕਿ ਜੋ ਉਦਾਸੀ ਸਾਧ ਸੰਤ ਰਹਿੰਦੇ ਸਨ ਪਾਉਂਟਾ ਸਾਹਿਬ ਦੀ ਧਰਤੀ 'ਤੇ, ਜਦੋਂ ਇਹਨਾਂ ਸੰਤਾਂ ਨੂੰ ਪਤਾ ਲੱਗਾ ਕਿ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਜੰਗ ਪਹਾੜੀ ਰਾਜਿਆਂ ਨਾਲ ਹੋਣ ਲੱਗਾ, ਔਰ ਉਸ ਜੰਗ ਦੇ ਵਿੱਚ ਮਹਾਰਾਜ ਸਾਨੂੰ ਵੀ ਵਰਤਣਗੇ, ਇਹ ਗੱਲ ਸੁਣ ਕੇ ਇਹ ਜਿਹੜੇ ਉਦਾਸੀਏ ਸਾਧ ਨੇ ਰਾਤੋਂ ਰਾਤ ਕੰਧਾਂ ਟੱਪ ਕੇ ਆਪਣੇ ਡੇਰੇ ਦੀਆਂ ਦੌੜ ਗਏ। ਪਰ ਇਹਨਾਂ ਸਰਦਾਰਾਂ ਦਾ ਜਿਹੜਾ ਮੁਖੀਆ, ਉਹਦਾ ਨਾਮ ਹੈ ਮਹੰਤ ਕਿਰਪਾਲ ਦਾਸ, ਉਹ ਨਹੀਂ ਦੌੜਿਆ, ਉਹ ਨਹੀਂ ਭੱਜਿਆ। ਬਾਕੀ ਸਾਰੇ ਸਾਧ ਭੱਜ ਗਿਆ ਵੀ ਮਹਾਰਾਜ ਜੰਗ ਲੜਨ ਲੱਗੇ, ਕਿਤੇ ਜੰਗ ਵਿੱਚ ਅਸੀਂ ਨਾ ਮਾਰੇ ਜਾਈਏ। ਮਹੰਤ ਦੇ ਚੇਲੇ ਤੇ ਭੱਜ ਗਏ, ਪਰ ਮਹੰਤ ਆਪ ਨਹੀਂ ਦੌੜਿਆ। ਮੁਖੀ ਨਹੀਂ ਭੱਜਿਆ, ਬਾਕੀ ਭੱਜੇ ਨੇ। ਤੇ ਸਤਿਗੁਰੂ ਜੀ ਨੇ ਪੁੱਛਿਆ, ਕਹਿਣ ਲੱਗੇ ਮਹੰਤ ਚੱਲ ਰਹਿ ਗਿਆ, ਇਹਨਾਂ ਦੀਆਂ ਜੜ੍ਹਾਂ ਰਹਿ ਗਈਆਂ ਗੁਰੂ ਘਰ ਦੇ ਨਾਲ। ਤੇ ਸਤਿਗੁਰੂ ਜੀ ਨੇ ਮਹੰਤ ਨੂੰ ਸਵਾਲ ਕੀਤੇ, ਕਹਿਣ ਲੱਗੇ ਮਹੰਤ ਜੀ ਕਿੱਥੇ ਤੁਹਾਡੇ ਚੇਲੇ, ਕਿੱਧਰ ਨੂੰ ਚਲੇ ਗਏ ਨੇ? ਜਦੋਂ ਇਹ ਮਹਾਰਾਜ ਨੇ ਪੁੱਛਿਆ ਤੇ ਮਹੰਤ ਕਿਰਪਾਲ ਦਾਸ ਫਿਰ ਹੱਥ ਜੋੜ ਕੇ ਕਹਿਣ ਲੱਗਾ, ਕਹਿੰਦਾ ਮਹਾਰਾਜ ਚੇਲੇ ਭੱਜ ਗਏ ਤਾਂ ਕੀ ਹੋਇਆ, ਮੈਂ ਤੇ ਤੁਹਾਡੇ ਕੋਲ ਖਲੋਤਾ ਹਾਂ। ਮੈਂ ਕਿਉਂ ਖਲੋਤਾ ਹਾਂ, ਇਹ ਬੇਨਤੀਆਂ ਕਰਨ ਲੱਗਾ, ਉਹ ਆਪਾਂ ਸਰਵਣ ਕਰਾਂਗੇ। ਮਿਲ ਕੇ ਆਖੀਏ ਸਤਿਨਾਮ ਸ੍ਰੀ ਵਾਹਿਗੁਰੂ ਜੀ। ਸਾਰੇ ਇਹ ਬ੍ਰਹਮਾਦਿਕ ਤੋਂ ਭਾਵ ਹੈ ਬਰਮਾ ਵਰਗੇ ਦੇਵਤੇ। ਬ੍ਰਹਮਾ, ਵਿਸ਼ਨੂੰ ਤੇ ਸ਼ਿਵ ਜੀ। ਹਿੰਦੂ ਧਾਰਮਿਕ ਗ੍ਰੰਥਾਂ ਵਿੱਚ ਇਹਨਾਂ ਦੇਵਤਿਆਂ ਨੂੰ ਸਭ ਤੋਂ ਵੱਡੇ ਗਿਣਿਆ ਹੈ। ਪਰ ਇਹ ਮਹੰਤ ਕਿਰਪਾਲ ਦਾਸ ਕਹਿ ਰਿਹਾ ਵੀ ਮਹਾਰਾਜ ਇਹ ਤਿੰਨੇ ਦੇਵਤੇ ਵੀ ਤੁਹਾਡਾ ਹੀ ਨਾਮ ਜਪਦੇ ਪਏ। ਕੋਟ ਬ੍ਰਹਮੇ ਜਗ ਸਾਜਣ ਲਾਏ। ਦੁਨੀਆ ਕਹਿੰਦੀ ਹੈ ਵੀ ਬਰਮਾ ਦੁਨੀਆ ਬਣਾਉਣ ਵਾਲਾ, ਪਰ ਅਸਲ ਵਿੱਚ ਬਰਮਾ ਵੀ ਤੁਹਾਡਾ ਨੌਕਰ ਹੈ, ਜਿਹਨੂੰ ਤੁਸੀਂ ਹੁਕਮ ਦੇ ਕੇ ਲਾਇਆ ਵੀ ਆਹ ਕੰਮ ਕਰ। ਕੋਟ ਬ੍ਰਹਮੇ
ਜਗ ਸਾਜਨ ਲਾਏ, ਉਹ ਲੱਗਾ ਨਹੀਂ, ਤੁਸੀਂ ਲਾਇਆ ਉਹਨੂੰ, ਤੁਹਾਡੇ ਹੁਕਮ ਵਿੱਚ ਉਹ ਲੱਗਾ ਹੋਇਆ। ਕੇਤੇ ਬਰਮੇ ਘਾੜਤ ਘੜੀਐ, ਰੂਪ ਰੰਗ ਕੇ ਵੇਸ। ਇੱਕ ਨਹੀਂ, ਪਤਾ ਨਹੀਂ ਕਿੰਨੇ ਕੁ ਲਾਏ ਹੋਏ ਦੁਨੀਆ ਬਣਾਉਣ ਵਾਸਤੇ, ਕਦੋਂ ਦੇ ਬਣਾਉਂਦੇ ਪਏ। ਬ੍ਰਹਮ ਆਦਿਕ ਤੋਂ ਭਾਵ ਹੁੰਦਾ ਬ੍ਰਹਮਾ ਦੇ ਨਾਲ ਦੇ ਦੇਵਤੇ। ਨਾਲ ਦਾ ਦੇਵਤਾ ਕੌਣ ਹੈ? ਵਿਸ਼ਨੂੰ। ਨਾਲ ਦਾ ਦੇਵਤਾ ਕੌਣ ਹੈ? ਸ਼ਿਵ ਜੀ। ਇਹ ਤਿੰਨੇ ਇੱਕੋ ਵਰਗੇ ਬਰਾਬਰ ਹੀ ਨੇ, ਪਰ ਇਹ ਤਿੰਨੇ ਮਹਾਰਾਜ ਤੁਹਾਡਾ ਨਾਮ ਜਪਦੇ ਨੇ। ਤੁਸੀਂ ਐਡੇ ਵੱਡੇ ਹੋ। ਮੇਰੇ ਚੇਲਿਆਂ ਨੂੰ ਤੇ ਪਤਾ ਹੀ ਨਹੀਂ ਤੁਹਾਡੀ ਮਹਿਮਾ ਬਾਰੇ। ਮੇਰੇ ਚੇਲਿਆਂ ਨੇ ਤੁਹਾਨੂੰ ਇੱਕ ਆਮ ਮਨੁੱਖ ਸਮਝਿਆ ਤੇ ਤਾਂ ਭੱਜ ਗਏ ਨੇ। ਪਰ ਮਹਾਰਾਜ ਮੈਂ ਨਹੀਂ ਆਮ ਸਮਝਦਾ। ਮੈਂ ਕੀ ਸਮਝਦਾ ਹਾਂ? ਜਿਸ ਦੇ ਦਰਸ਼ਨ ਕਰਨ ਵਾਸਤੇ ਬਰਮਾ ਵਰਗੇ ਵੀ ਲੋਚਦੇ ਪਏ ਨੇ, ਤਰਸਦੇ ਪਏ ਨੇ, ਤੁਸੀਂ ਉਹ ਗੁਰੂ ਹੋ। ਤੇ ਅਗਲਾ ਬਚਨ ਵਰਤਿਆ ਸਨਕਾਦਿਕ। ਸਨਕ ਆਦਿਕ 4 ਪੁੱਤਰ ਨੇ ਬ੍ਰਹਮਾ ਦੇ। ਗ੍ਰੰਥਾਂ ਵਿੱਚ ਲਿਖਿਆ ਸੰਤ ਸਨਾਤਨ ਕੁਮਾਰ, ਸਿਅੰਦਨ ਵਗੈਰਾ ਇਹਨਾਂ ਦੇ ਨਾਮ ਨੇ। ਸਨਕ ਸਨੰਦ ਮਹੇਸ਼ ਸਮਾਨਾ, ਸੇਖ ਨਾਗ ਤੇਰੋ ਮਰਮ ਨਾ ਜਾਨਾ। ਗੁਰੂ ਗ੍ਰੰਥ ਸਾਹਿਬ ਦਾ ਬਚਨ। ਬ੍ਰਹਮਾ ਦੇ 4 ਪੁੱਤਰ ਨੇ। ਕਹਿਣ ਲੱਗੇ ਉਹ 4 ਪੁੱਤਰ ਬ੍ਰਹਮਾ ਦੇ ਹੈ ਬੜੇ ਵਿਦਵਾਨ, ਬੜੇ ਤਪਸਵੀ ਨੇ, ਪਰ ਮਹਾਰਾਜ ਉਹ ਆਪਣੀ ਤਪੱਸਿਆ ਵਿੱਚ ਤੁਹਾਡਾ ਹੀ ਨਾਮ ਜਪਦੇ ਪਏ, ਉਹ ਵੀ ਤੁਹਾਡੀ ਮਹਿਮਾ ਕਰਦੇ ਪਏ। ਮੈਂ ਤੁਹਾਨੂੰ ਇਹ ਜਾਣਦਾ ਵੀ ਤੁਹਾਡੀ ਮਹਿਮਾ ਬ੍ਰਹਮਾ ਦੇ ਪੁੱਤਰ ਵੀ ਕਰਦੇ ਪਏ, ਬ੍ਰਹਮਾ ਵੀ ਕਰਦਾ ਪਿਆ। ਠਾਂਡਾ ਬ੍ਰਹਮਾ ਨਿਗਮ ਵਿਚਾਰੈ, ਲੱਖ ਨਾ ਲਖਿਆ ਜਾਈ। ਬ੍ਰਹਮਾ ਵਰਗੇ ਦੇਵਤੇ ਤੁਹਾਡੇ ਦਰ ਦੇ ਦਰਵਾਜ਼ੇ ਤੇ ਖਲੋਤੇ ਹੋਏ ਤੁਹਾਡੀ ਆਰਤੀ ਉਤਾਰਦੇ ਪਏ, ਮਹਿਮਾ ਕਰਦੇ ਪਏ। ਤੁਸੀਂ ਉਹ ਹੋ। ਮੈਂ ਤੁਹਾਨੂੰ ਉਹ ਜਾਣਿਆ, ਮੈਂ ਤਾਂ ਨਹੀਂ ਭੱਜਿਆ। ਤੁਸੀਂ ਉਹ ਪਾਰ ਬ੍ਰਹਮ ਪਰਮੇਸ਼ਰ। ਪਰ ਮੇਰੇ ਚੇਲਿਆਂ ਨੇ ਤੁਹਾਡੀ ਮਹਿਮਾ ਨੂੰ ਜਾਣਿਆ ਨਹੀਂ। ਉਹਨਾਂ ਨੇ ਇੱਕ ਆਮ ਇਨਸਾਨ ਸਮਝਿਆ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਉਹ ਤਾਂ ਭੱਜੇ ਨੇ, ਉਹਨਾਂ ਨੇ ਤੁਹਾਨੂੰ ਆਮ ਆਦਮੀ ਸਮਝ ਲਿਆ। ਮੈਂ ਤੁਹਾਨੂੰ ਪਰਮੇਸ਼ਰ ਜਾਣਿਆ ਹੈ। ਇਸ ਤਰ੍ਹਾਂ ਬੇਨਤੀ ਕਰਦਾ ਹੈ। ਸ਼ੇਖ ਸਾਰਦਾ ਪਾਏ ਨਾ ਪਾਰੇ। ਸੋ ਸ਼ੇਖ ਨਾਗ ਲਿਖਿਆ ਵਿਦਵਾਨਾਂ ਨੇ ਗ੍ਰੰਥਾਂ ਦੇ ਵਿੱਚ ਵੀ ਇੱਕ ਸ਼ੇਸ਼ ਨਾਗ ਨਾਮ ਦਾ ਇੱਕ ਵੱਡਾ ਭਾਰੀ ਸੱਪ ਹੈ, ਜਿਹਨੂੰ ਪ੍ਰਮਾਤਮਾ ਨੇ 1000 ਮੂੰਹ ਲਾਇਆ। ਇੱਕ ਮੂੰਹ ਦੇ ਵਿੱਚ 2 ਜ਼ੁਬਾਨਾਂ ਉਹਦੇ ਰਹਿੰਦੀਆਂ ਨੇ ਤੇ ਹਰੇਕ ਜ਼ੁਬਾਨ ਤੋਂ ਰੋਜ਼ ਨਵਾਂ ਨਾਮ ਜਪਦਾ। ਕੱਲਾ ਗ੍ਰੰਥਾਂ ਵਿੱਚ ਨਹੀਂ ਲਿਖਿਆ, ਗੁਰੂ ਗ੍ਰੰਥ ਸਾਹਿਬ ਦੇ ਵਿੱਚ ਵੀ ਲਿਖਿਆ ਸੇਖ ਸਹਿਸ ਫਨੀ ਸੇਖ ਅੰਤ ਨਾ ਜਾਣੈ। 1000 ਫਨ ਵਾਲਾ ਸ਼ੇਸ਼ ਨਾਗ ਵੀ ਪ੍ਰਮਾਤਮਾ ਤੇਰੇ ਅੰਤ ਨੂੰ ਨਹੀਂ ਪਾਉਂਦਾ। ਜਿਹਦਾ ਅੰਤ ਇੰਨਾ ਵੱਡਾ ਵਿਦਵਾਨ ਸ਼ੇਸ਼ ਨਾਗ ਵੀ ਨਹੀਂ ਪਾ ਸਕਿਆ, ਮੈਂ ਤੁਹਾਨੂੰ ਉਹ ਜਾਣਦਾ। ਤੁਸੀਂ ਉਹ ਪਰਮੇਸ਼ਰ ਹੋ ਜਿਹਦਾ ਅੰਤ ਸ਼ੇਸ਼ ਨਾਗ ਤੋਂ ਨਹੀਂ ਪਾਇਆ ਗਿਆ। ਮੈਂ ਤੁਹਾਨੂੰ ਉਹ ਜਾਣਦਾ ਹਾਂ ਜਿਨ੍ਹਾਂ ਦਾ ਅੰਤ ਸਾਰਦਾ ਭਾਵ ਜਿਹੜੀ ਸਰਸਵਤੀ ਦੇਵੀ ਹੈ ਨਾ। ਹਿੰਦੂ ਮਤ ਵਾਲੇ ਕਹਿੰਦੇ ਵੀ ਵਿਦਿਆ ਦੀ ਦੇਵੀ ਸਰਸਵਤੀ ਨੂੰ ਮੰਨਿਆ ਜਾਂਦਾ, ਸਰਸਵਤੀ ਜਿਸ ਨੂੰ ਕਹਿੰਦੇ ਨੇ। ਉਹਦਾ ਨਾਮ ਜਪੀਏ, ਉਹਨੂੰ ਧਿਆਈਏ ਤੇ ਵਿਦਿਆ ਆਉਂਦੀ ਹੈ। ਪਰ ਮਹੰਤ ਕਿਰਪਾਲ ਦਾਸ ਕਹਿ ਰਿਹਾ ਮਹਾਰਾਜ ਉਹ ਸਰਸਵਤੀ ਦੇਵੀ ਵੀ ਤੁਹਾਡੇ ਹੀ ਗੁਣ ਗਾਉਂਦੀ ਪਈ ਹੈ। ਉਹ ਸਰਸਵਤੀ ਦੇਵੀ ਤੁਹਾਡਾ ਅੰਤ ਨਹੀਂ ਪਾ ਸਕਦੀ, ਭਾਵੇਂ ਉਹ ਬਹੁਤ ਵੱਡੀ ਵਿਦਵਾਨ ਹੈ, ਬੜਾ ਉਹਨੂੰ ਗਿਆਨ ਹੈ, ਬੜੀ ਉਹਦੀ ਤੀਖਣ ਮੱਤ ਹੈ, ਪਰ ਇੰਨੀ ਤੀਖਣ ਮੱਤ ਹੋਣ ਦੇ ਬਾਵਜੂਦ ਵੀ ਤੁਹਾਡਾ ਅੰਤ ਤੇ ਉਹਦੇ ਕੋਲੋਂ ਵੀ ਨਹੀਂ ਪਾਇਆ ਗਿਆ। ਤੁਸੀਂ ਐਸੇ ਬੇਅੰਤ ਹੋ, ਬਹੁਤਾ ਕਹੀਐ ਹੋਤਾ ਹੋਏ। ਐਸੇ ਹੋ ਆਪ ਜੀ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਗੁਰਮੁਖੋ ਮਹਿਮਾ ਹੈ। ਜਿਸ ਗੁਰੂ ਨੂੰ ਅਸੀਂ ਛੱਡ ਕੇ ਧਿਉਰਾਂ ਥਾਵਾਂ ਤੇ ਦੌੜੇ ਫਿਰਦੇ ਹਾਂ ਨਾ, ਭੱਜੇ ਫਿਰਦੇ ਹਾਂ, ਨਾਸਤਕ ਬਣ ਗਏ, ਨਿਗੁਰੇ ਬਣ ਗਏ, ਇਹ ਉਸ ਗੁਰੂ ਦੀ ਮਹਿਮਾ ਮਹੰਤ ਕਿਰਪਾਲ ਦਾਸ ਜਿਨ੍ਹਾਂ ਨੇ ਜਾਣੀ ਹੈ, ਜਿਨ੍ਹਾਂ ਨੇ ਵੇਖੀ ਹੈ, ਮਹਿਮਾ ਵੀ ਉਹੀ ਕਰ ਸਕਦੇ। ਅਸੀਂ ਤੇ ਜਾਣੀ ਨਹੀਂ। ਮਹਾਰਾਜ ਤੁਹਾਡਾ ਅੰਤ ਬ੍ਰਹਮਾ ਨੇ ਨਹੀਂ ਪਾਇਆ, ਤੁਹਾਡਾ ਅੰਤ ਬ੍ਰਹਮਾ ਦੇ ਪੁੱਤਰਾਂ ਨੇ ਨਹੀਂ ਪਾਇਆ। ਮਹਾਰਾਜ ਤੁਹਾਡਾ ਅੰਤ ਤੇ ਸ਼ੇਸ਼ ਨਾਗ ਨੇ ਨਹੀਂ ਪਾਇਆ ਹੈ, ਔਰ ਤੁਹਾਡਾ ਅੰਤ ਤੇ ਮਹਾਰਾਜ ਸਾਹਿਬ ਜੀ ਉਹ ਸਰਸਵਤੀ ਦੇਵੀ ਵੀ ਨਹੀਂ ਪਾ ਸਕਦੀ। ਆਪ ਜੀ ਐਸੇ ਸਰੂਪ ਦੇ ਮਾਲਕ ਹੋ। ਧਿਆਨ ਵਿਖੈ ਜੋਗੀਸ਼ਰ ਧਿਆਵੈ। ਵੱਡੇ ਵੱਡੇ ਜੋਗੀਆਂ ਦੇ ਜਿਹੜੇ ਉਸਤਾਦ ਨੇ,
ਜੋਗੀਸ਼ਵਰ, ਲੰਮੀਆਂ ਲੰਮੀਆਂ ਸਮਾਧੀਆਂ ਲਾਉਣ ਵਾਲੇ, ਚੌਂਕੜੀਆਂ ਲਾਉਣ ਵਾਲੇ, ਵੱਡੇ ਵੱਡੇ ਜੋਗੀ, ਗੋਰਖ ਵਰਗੇ, ਮਛੰਦਰਨਾਥ ਵਰਗੇ। ਔਰ ਉਹਨਾਂ ਜੋਗੀਆਂ ਦਾ ਗੁਰੂ ਕੌਣ ਹੈ? ਸ਼ਿਵ ਜੀ। ਕਹਿਣ ਲੱਗੇ ਸ਼ਿਵ ਜੀ ਵਰਗੇ ਵੀ ਲੰਮੀਆਂ ਲੰਮੀਆਂ ਸਮਾਧੀਆਂ ਵਿੱਚ ਮਹਾਰਾਜ ਤੁਹਾਨੂੰ ਯਾਦ ਕਰਦੇ ਨੇ, ਐਸਾ ਤੁਹਾਡਾ ਸਰੂਪ ਹੈ। ਰਿਖ ਨਾਰਦ ਤੇ ਆਦਿਕ ਗਾਵੇਂ। ਕਹਿਣ ਲੱਗੇ ਵੀ ਇਹ ਗੁਰਮੁਖੋ ਨਾਰਦ ਨਾਮ ਦਾ ਇੱਕ ਰਿਸ਼ੀ ਹੈ। ਨਾਰਦ ਇੱਕ ਰਿਸ਼ੀ ਦਾ ਨਾਮ ਹੈ ਜਿਹੜਾ ਆਪਣੇ ਮੂੰਹ ਤੋਂ ਹਰ ਵੇਲੇ ਪਰਮੇਸ਼ਰ ਦਾ ਨਾਮ ਲੈਂਦਾ, ਹਰ ਵੇਲੇ ਆਖਦਾ ਨਾਰਾਇਣ 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 ਦਾ ਜਾਪ ਕਰਦਾ। ਤੇ ਨਾਰਾਇਣ ਤੋਂ ਭਾਵ ਹੁੰਦਾ ਨਰ ਆਇਣ, ਜਿਹੜਾ ਹਰੇਕ ਨਰ ਦੇ ਵਿੱਚ ਆਇਆ ਹੋਇਆ ਹੈ। ਹਰੇਕ ਨਰ ਵਿੱਚ ਕੌਣ ਆਇਆ? ਪਰਮਾਤਮਾ। ਸਭ ਮੈਂ ਜੋਤ ਜੋਤ ਹੈ ਸੋਏ, ਜਿਹੜਾ ਜੋਤ ਰੂਪ ਹੋ ਕੇ ਸਾਰਿਆਂ ਵਿੱਚ ਆ ਕੇ ਬੈਠਾ ਪਰਮਾਤਮਾ, ਉਹਨੂੰ ਕਿਹਾ ਜਾਂਦਾ ਨਾਰਾਇਣ। ਨਾਰਾਇਣ ਇੱਕ ਪਰਮਾਤਮਾ ਦਾ ਨਾਮ ਹੈ। ਕਹਿਣ ਲੱਗੇ ਇਹ ਜਿਹੜਾ ਰਿਸ਼ੀ ਹੈ ਨਾ, ਨਾਰਦ ਰਿਸ਼ੀ, ਨਾਰਦ ਮੁਨੀ, ਮਹਾਰਾਜ ਤੁਹਾਡੇ ਅੰਤ ਨੂੰ ਤੇ ਉਹ ਵੀ ਨਹੀਂ ਪਾ ਸਕਿਆ। ਤੁਸੀਂ ਐਸੇ ਬੇਅੰਤ ਹੋ। ਨਾਰਦ ਵਰਗੇ ਰਿਸ਼ੀ ਵੀ ਆਪ ਜੀ ਦੇ ਜਸ ਦਾ ਅੰਤ ਨਹੀਂ ਪਾਉਂਦੇ ਹਨ। ਇੰਦਰ ਆਦਿਕ ਸੁਰ ਕਿੰਨਰ ਜਸ਼। ਤੇ ਇੰਦਰ ਆਦਿਕ, ਇੰਦਰ ਦੇ ਦੇਵਤੇ, ਗਾਵਨ ਤੁਧਨੋ ਇੰਦਰ ਇੰਦਰਾਸਨ ਬੈਠੇ ਦੇਵਤਿਆਂ ਦਰ ਨਾਲ। ਇੰਦਰ ਦੇਵਤਾ ਸਵਰਗਾਂ ਦਾ ਰਾਜਾ ਬਣਿਆ। ਕੋਈ ਮਰ ਜਾਵੇ ਤੇ ਆਪਾਂ ਆਖਦੇ ਸਵਰਗਵਾਸੀ ਹੋ ਗਿਆ। ਜਾਂ ਕੋਈ ਬੰਦਾ ਚੰਗਾ ਕੰਮ ਕਰੇ ਤੇ ਉਹਨੂੰ ਪੁੱਛੀਦਾ ਕੀ ਚਾਹੀਦਾ? ਮੈਨੂੰ ਸਵਰਗ ਚਾਹੀਦਾ, ਸਵਰਗਾਂ 'ਚ ਵਾਸਾ ਹੋਵੇ। ਇਹ ਅਸੀਂ ਵੱਡੀ ਅਸੀਸ ਦਿੰਦੇ ਹਾਂ, ਵੱਡੀ ਗੱਲ ਕਰਦੇ ਹਾਂ। ਪਰ ਉਹਨਾਂ ਸਵਰਗਾਂ ਦਾ ਰਾਜਾ ਕੌਣ ਹੈ? ਇੰਦਰ ਦੇਵਤਾ। ਇੰਦਰ ਦੇਵਤਾ ਵੀ ਸਤਿਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਤੁਹਾਡੀ ਮਹਿਮਾ ਦਾ ਅੰਤ ਨਹੀਂ ਪਾ ਸਕਦਾ। ਆਪ ਜੀ ਇੰਨੇ ਵੱਡੇ ਹੋ। ਇਕੱਲਾ ਇੰਦਰ ਹੀ ਨਹੀਂ, ਇੰਦਰ ਦੇ ਨਾਲ ਬਸੰਤਰ ਦੇਵਤਾ ਹੈ, ਵਰੁਣ ਦੇਵਤਾ ਹੈ, ਪਵਨ ਦੇਵਤਾ ਹੈ, ਪਤਾ ਨਹੀਂ ਕਿੰਨੇ ਕੁ ਦੇਵਤੇ ਨੇ। 33 ਕਰੋੜ ਦੇਵੀ ਦੇਵਤਿਆਂ ਦੀ ਗਿਣਤੀ ਲਿਖੀ ਹੈ। 9 ਕਰੋੜ ਦੇਵੀਆਂ ਨੇ, ਉਹ ਵੀ ਸਾਰੀਆਂ ਸਤਿਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਕਿਸੇ ਨਾ ਕਿਸੇ ਰੂਪ ਦੇ ਵਿੱਚ ਤੁਹਾਨੂੰ ਯਾਦ ਕਰਦੇ। ਤੁਸੀਂ ਐਡੇ ਵੱਡੇ ਸਰੂਪ ਦੇ ਮਾਲਕ ਹੋ, ਮੈਂ ਤੁਹਾਨੂੰ ਉਹ ਜਾਣਿਆ ਹੈ ਜਿਹਦਾ ਅੰਤ ਨਹੀਂ ਪਾਇਆ ਗਿਆ। ਇੰਦਰ ਤੋਂ, ਸੁਰ ਤੋਂ ਭਾਵ ਹੁੰਦਾ ਦੇਵਤੇ, ਅਤੇ ਇਸੇ ਤਰ੍ਹਾਂ ਕਿੰਨਰ, ਜਿਹੜੇ ਦੇਵਤਿਆਂ ਦੀ ਸਭਾ ਦੇ ਵਿੱਚ ਨਾਚ ਕਰਨ ਵਾਲੇ। ਜਛ, ਇਹ ਵੀ ਇੱਕ ਪ੍ਰਜਾਤੀ ਹੈ ਦੇਵਤਿਆਂ ਦੀ ਵਰਗੇ। ਮਹਾਰਾਜ ਇਹ ਵੀ ਤੁਹਾਡਾ ਅੰਤ ਨਹੀਂ ਪਾਉਂਦੇ ਹਨ। ਵਿਦਿਆ ਧਰ ਗੰਧਰਵ ਪਰਤਛ। ਇਸੇ ਤਰ੍ਹਾਂ ਗੰਧਰਵ ਜਿਹੜੇ ਗਾਉਣ ਵਾਲੇ ਨੇ, ਦੇਵਤਿਆਂ ਦੀ ਸਭਾ ਵਿੱਚ ਗਾਉਣ ਵਾਲੇ ਗਵਈਏ, ਕਲਾਕਾਰ, ਉਹ ਵੀ ਗਾ ਗਾ ਕੇ ਤੁਹਾਡਾ ਅੰਤ ਨਹੀਂ ਪਾ ਸਕਦੇ। ਦੇਵਤਿਆਂ ਦੀ ਸਭਾ ਦੇ ਵਿੱਚ ਵੀ ਭਜਨ ਹੁੰਦਾ ਹੈ, ਨਿਰਤਕਾਰੀ ਹੁੰਦੀ ਹੈ, ਭਜਨ ਗਾਇਆ ਜਾਂਦਾ ਹੈ, ਬੜੀ ਬੜੀ ਕਲਾਕਾਰੀ ਉਹਨਾਂ ਦੇ ਕੋਲ ਹੈ। ਪਰ ਗੰਧਰਵ ਜਿਹੜੇ ਰਾਗੀ ਨੇ ਜਾਂ ਗਵਈਏ ਨੇ, ਰਾਗ ਗਾਉਣ ਵਾਲੇ, ਮਹਾਰਾਜ ਤੁਹਾਡਾ ਅੰਤ ਉਹਨਾਂ ਤੋਂ ਨਹੀਂ ਪਾਇਆ ਜਾਣਾ। ਭਾਵੇਂ ਕਿੱਡਾ ਵੀ ਕੋਈ ਵਿਦਿਆ ਧਾਰ ਹੋਵੇ, ਵਿਦਿਆ ਕਮਾਉਣ ਵਾਲਾ, ਵਿਦਿਆ ਪੜ੍ਹਨ ਵਾਲਾ, ਪਰ ਸਤਿਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਤੁਹਾਡਾ ਅੰਤ ਕਿਸੇ ਕੋਲ ਨਹੀਂ ਹੈ। ਚਰਨ ਕਮਲ ਤੋਂ ਕਰਹਿ ਆਰਾਧਨ। ਇਹ ਸਾਰੇ ਤੁਹਾਡੇ ਚਰਨ ਜਿਹੜੇ ਕਮਲ ਵਰਗੇ ਸੁੰਦਰ ਨੇ, ਉਹਨਾਂ ਦੀ ਆਰਾਧਨਾ ਕਰਦੇ। ਇਹ ਜਿੰਨੇ ਦੇਵਤਿਆਂ ਦੇ ਆਪਾਂ ਨਾਂ ਸੁਣੇ ਨਾ, ਭਾਵੇਂ ਬ੍ਰਹਮਾ ਹੈ, ਵਿਸ਼ਨੂੰ ਹੈ, ਸ਼ਿਵ ਜੀ ਹੈ, ਸ਼ੇਸ਼ ਨਾਗ ਹੈ, ਸਰਸਤੀ ਦੇਵੀ ਹੈ, ਇੰਦਰ ਦੇਵਤਾ ਹੈ, ਇਹ ਜਿੰਨੇ ਵੀ ਦੇਵਤੇ ਨੇ ਮਹਾਰਾਜ, ਸਾਰੇ ਤੁਹਾਡੇ ਕਮਲਾਂ ਵਰਗੇ ਸੋਹਣੇ ਚਰਨਾਂ ਦੀ ਆਰਾਧਨਾ ਕਰਦੇ ਨੇ, ਤੁਹਾਡੇ ਚਰਨਾਂ ਨੂੰ ਯਾਦ ਕਰਦੇ ਨੇ, ਤੁਹਾਡੇ ਚਰਨਾਂ ਦਾ ਧਿਆਨ ਧਾਰਦੇ ਹਨ। ਐਸਾ ਸਰੂਪ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਆਪ ਜੀ ਦਾ ਹੈ। ਤਪ ਆਦਿਕ ਸਾਧੈ ਗਨ ਸਾਧਨ। ਇਹ ਸਾਰੇ ਤਪ ਕਰਦੇ ਪਏ ਨੇ, ਭੁੱਖੇ ਪਿਆਸੇ ਰਹਿ ਕੇ, ਠੰਡ ਤੇ ਗਰਮੀ ਵਿੱਚ ਬੈਠ ਕੇ ਇਹ ਰਿਸ਼ੀ ਮੁਨੀ ਤਪ ਕਰਦੇ ਨੇ। ਕਿਉਂ ਕਰਦੇ ਨੇ? ਸਾਨੂੰ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀਆਂ ਦਾ ਵਾਸਤਵ ਸਰੂਪ ਨਜ਼ਰ ਆ ਜਾਵੇ, ਅਸੀਂ ਉਹਨਾਂ ਨੂੰ ਦਰਸ਼ਨਾਂ ਦੇ ਰੂਪ ਵਿੱਚ ਪਾ ਲਈਏ। ਬੜੇ ਬੜੇ ਵੱਡੇ ਜੋਗੀ ਹਿਮਾਲਿਆ ਵਰਗੇ ਪਰਬਤਾਂ 'ਤੇ ਬੈਠੇ ਠੰਡ ਦੇ ਵਿੱਚ, ਠੰਡ ਦੀ ਰੁੱਤ ਆਈ ਹੈ ਨਾ, ਆਪਾਂ 4-4 ਕੱਪੜੇ ਸਰੀਰ 'ਤੇ ਪਾਈ ਦੇ, ਉੱਪਰ ਦੀ ਕੰਬਲ ਲੋਈ ਲਈ ਦੀ, ਠੰਡ ਨਾ ਲੱਗੇ, ਫਿਰ ਵੀ ਲੱਗਦੀ ਹੈ। ਪਰ ਉਹ ਵਿਚਾਰੇ ਤਪ ਕਰਨ ਵਾਲੇ ਬਰਫ਼ ਦੇ ਉੱਪਰ ਚੜ੍ਹ ਕੇ ਠੰਡ ਵਿੱਚ ਬੈਠੇ ਨੇ ਕਿ ਸਾਨੂੰ ਮਿਲ ਜਾਵੇ
ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦਾ ਦਰਸ਼ਨ। ਐਸੇ ਬੜੇ ਬੜੇ ਵੱਡੇ ਤਪਸਵੀ ਜਿਹੜੇ ਤਪ ਕਰਦੇ ਪਏ ਮਹਾਰਾਜ, ਸਾਧਨ ਕਈ ਤਰ੍ਹਾਂ ਦੇ ਕਰਦੇ। ਕੋਈ ਭੁੱਖਾ ਰਹਿੰਦਾ, ਕੋਈ ਪਿਆਸਾ ਰਹਿੰਦਾ, ਕੋਈ ਰੁੱਖ ਦੇ ਨਾਲ ਪੁੱਠਾ ਲਟਕਿਆ ਹੋਇਆ ਹੈ, ਕੋਈ ਸਾਰੀ ਉਮਰ ਪੈਰੀ ਜੁੱਤੀ ਨਹੀਂ ਪਾਉਂਦਾ, ਕੋਈ ਸਾਰੀ ਉਮਰ ਗਲ ਵਿੱਚ ਕੱਪੜਾ ਨਹੀਂ ਪਾਉਂਦਾ, ਕਿਸੇ ਨੇ ਜਟਾਂ ਰੱਖੀਆਂ ਹੋਈਆਂ ਨੇ। ਇਹ ਸਾਰੇ ਜਪੀ ਤਪੀ ਜੋਗੀ ਸਾਧੂ ਸੰਤ ਦਿਗੰਬਰ ਸੰਨਿਆਸੀ ਬ੍ਰਹਮਚਾਰੀ ਮਹਾਰਾਜ ਤੁਹਾਨੂੰ ਪਾਉਣ ਦਾ ਹੀ ਯਤਨ ਕਰਦੇ ਨੇ, ਤੁਹਾਡੀ ਪ੍ਰਾਪਤੀ ਵਾਸਤੇ ਸਾਰੇ ਸਾਧਨ ਕਰਦੇ ਹਨ। ਹਮ ਲੋਕਨ ਕੇ ਭਾਗ ਵਡੇਰੇ। ਸਤਿਗੁਰੂ ਜੀ, ਇਹ ਤੇ ਮੇਰੇ ਵਰਗੇ ਬੰਦਿਆਂ ਦੇ ਭਾਗ ਵੱਡੇ ਨੇ ਜੋ ਤੁਸੀਂ ਸਾਡੇ ਸਾਹਮਣੇ ਬੈਠੇ ਹੋ ਤੇ ਮੈਂ ਤੁਹਾਡੇ ਦਰਸ਼ਨ ਕਰਦਾ ਪਿਆ। ਇਹ ਸਾਡੇ ਚੰਗੇ ਭਾਗਾਂ ਦੀ ਨਿਸ਼ਾਨੀ ਹੈ। ਨਹੀਂ ਤੇ ਗੁਰੂ ਦਾ ਦਰਸ਼ਨ ਕਰਨ ਵਾਸਤੇ ਤੇ ਕਈ ਜਨਮਾਂ ਦੀ ਭਗਤੀ ਲੱਗਦੀ ਹੈ। ਪਰਮਾਤਮਾ ਦੇ ਦਰਸ਼ਨ ਐਵੇਂ ਨਹੀਂ ਹੋ ਜਾਂਦੇ। ਤੇ ਗੁਰਮੁਖੋ, ਸਾਡੇ ਕਿੱਡੇ ਵੱਡੇ ਭਾਗ ਨੇ ਜਿਨ੍ਹਾਂ ਨੂੰ ਗੁਰੂ ਇਸ ਤਰ੍ਹਾਂ ਦਾ ਮਿਲਿਆ, ਜਿਸ ਗੁਰੂ ਦੇ ਦਰਸ਼ਨ ਵਾਸਤੇ ਦੇਵਤੇ ਦਿਨੇ ਰਾਤ ਯਤਨ ਕਰਦੇ ਪਏ, ਸਾਧੂ ਸੰਤ ਤਪਸਵੀ ਦਿਨੇ ਰਾਤ ਤਪ ਕਰਦੇ ਪਏ, ਭੁੱਖੇ ਪਿਆਸੇ ਰਹਿ ਕੇ ਦੁੱਖ ਸਹਾਰਦੇ ਪਏ। ਅਸੀਂ ਉਸ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਪੁੱਤਰ ਹਾਂ। ਉਹ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਡੇ ਪਿਤਾ ਨੇ। ਏਡੇ ਵੱਡੇ ਅਸੀਂ ਭਾਗਾਂ ਵਾਲੇ ਹਾਂ, ਕਰਮਾਂ ਵਾਲੇ ਜੇ ਸਮਝੀਏ ਤੇ। ਪਰ ਅਸੀਂ ਇਸ ਬਚਨ ਨੂੰ ਸਮਝਿਆ ਨਹੀਂ, ਤਾਂ ਅਸੀਂ ਮਨਮੁਖ ਰਹਿ ਗਏ, ਤਾਂ ਅਸੀਂ ਨਾਸਤਕ ਰਹਿ ਗਏ, ਤਾਂ ਅਸੀਂ ਨਗੁਰੇ ਹਾਂ। ਗੁਰੂ ਵਾਲੇ ਤਾਂ ਨਹੀਂ ਬਣੇ, ਅਸੀਂ ਗੁਰੂ ਦੀ ਮਹਿਮਾ ਨੂੰ ਜਾਣ ਹੀ ਨਹੀਂ ਸਕੇ। ਕਬੀਰ ਸਾਚਾ ਸਤਿਗੁਰ ਕਿਆ ਕਰੈ, ਜੋ ਸਿੱਖਾਂ ਮੈਂ ਚੂਕ, ਅੰਧੇ ਏਕ ਨਾ ਲਾਗਈ ਜੋ ਬਾਂਸ ਬਜਾਈਐ। ਇਹ ਬਚਨ ਨੇ। ਗੁਰੂ ਵੀ ਉੱਥੇ ਪੂਰਾ ਕਿਰਪਾ ਤਾਂ ਕਰਦਾ ਜੇ ਭਾਂਡਾ ਅੱਗੋਂ ਚੰਗਾ ਹੋਵੇ। ਸਾਡੇ ਮਨ ਰੂਪੀ ਭਾਂਡੇ ਨਹੀਂ ਚੰਗੇ, ਅਸੀਂ ਗੁਰੂ ਦੀ ਮਹਾਨਤਾ ਨੂੰ ਸਮਝ ਹੀ ਨਹੀਂ ਸਕੇ। ਪਰ ਜਿਨ੍ਹਾਂ ਨੇ ਸਮਝਿਆ ਨੂੰ ਇਹ ਗੱਲ ਕਹਿੰਦੇ ਪਏ, ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ, ਇਹ ਜਿੰਨੇ ਵੀ ਰਿਸ਼ੀ ਮੁਨੀ ਨੇ ਤੁਹਾਡੇ ਦਰਸ਼ਨਾਂ ਦੀ ਇੱਛਾ ਰੱਖ ਕੇ ਬੈਠੇ ਨੇ। ਦੇਵਤਿਆਂ ਦਰਸ਼ਨ ਕੈ ਤਾਈ ਦੂਖ ਭੂਖ ਤੀਰਥ ਕੀਏ। ਇਹ ਸਾਰੇ ਤੀਰਥਾਂ ਦੀ ਯਾਤਰਾ, ਦੁੱਖ ਦਾ ਦੁੱਖ, ਭੁੱਖ ਦਾ ਦੁੱਖ, ਨਿੰਦਰਾ ਦਾ ਦੁੱਖ, ਇਹ ਸਹਿੰਦੇ ਨੇ ਤੁਹਾਨੂੰ ਪ੍ਰਾਪਤ ਕਰਨ ਵਾਸਤੇ। ਪਰ ਮੈਂ ਤੁਹਾਡੇ ਦਰਸ਼ਨ ਕਰਦਾ ਪਿਆ, ਮੇਰੇ ਵੱਡੇ ਭਾਗ ਨੇ। ਇਹ ਮਹੰਤ ਕਿਰਪਾਲ ਦਾਸ ਕਹਿ ਰਿਹਾ। ਤੇ ਗੁਰਮੁਖੋ, ਸਾਡੇ ਉਸ ਤੋਂ ਵੀ ਵੱਡੇ ਭਾਗ ਨੇ ਜੋ ਅਸੀਂ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਨਾਦੀ ਪੁੱਤਰ ਬਣੇ ਆ। ਵੱਡੇ ਭਾਗ ਨੇ ਜੋ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਸਾਡੇ ਗੁਰੂ ਤੇ ਅਸੀਂ ਉਹਨਾਂ ਦੇ ਸਿੱਖ ਬਣੇ ਆ। ਇੱਕ ਵਾਰੀ ਆਖੀਏ ਸਤਿਨਾਮ ਸ੍ਰੀ ਵਾਹਿਗੁਰੂ। ਇਹ ਵੱਡਿਆਂ ਭਾਗਾਂ ਦੀ ਦਾਤ ਪ੍ਰਾਪਤ ਹੁੰਦੀ ਹੈ। ਲੋਚਨ ਗੋਚਰ ਤੁਮ ਕਉ ਹੀਰੇ। ਮਹਾਰਾਜ, ਜਿਹੜਾ ਬੰਦਾ ਤੁਹਾਨੂੰ ਆਪਣੀਆਂ ਅੱਖਾਂ ਦੇ ਸਾਹਮਣੇ ਵੇਖ ਲਵੇ, ਉਹਦੇ ਵਰਗਾ ਫਿਰ ਚੰਗੇ ਭਾਗ ਕਰਮ ਕਿਸੇ ਦੇ ਹੋ ਹੀ ਨਹੀਂ ਸਕਦੇ। ਚੰਗੇ ਕਰਮਾਂ ਵਾਲਾ ਉਹ ਹੈ ਜਿਹੜਾ ਨੇਤਰਾਂ ਦੇ ਨਾਲ ਤੁਹਾਨੂੰ ਵੇਖਦਾ ਹੈ। ਇਹ ਨੇਤਰੋ ਮੇਰਿਓ ਹਰ ਤੁਮੈ ਜੋ ਧਰੀ ਹਰ ਬਿਨ ਅਵਰ। ਦੇਖੋ, ਅੱਖਾਂ ਮਿਲੀਆਂ ਹੀ ਵੇਖਣ ਵਾਸਤੇ ਰੱਬ ਨੂੰ, ਪਰ ਜੇ ਦਿਖਿਆ ਹੀ ਨਾ ਤੇ ਫਿਰ ਅੱਖਾਂ ਦਾ ਫਾਇਦਾ ਤੇ ਕੋਈ ਨਾ ਹੋਇਆ। ਮਹਾਰਾਜ, ਵੱਡੇ ਭਾਗ ਨੇ ਜੋ ਨੇਤਰਾਂ ਦੇ ਸਾਹਮਣੇ ਤੁਹਾਡਾ ਦੀਦਾਰ ਕੀਤਾ ਹੈ। ਮਨ ਬਾਣੀ ਕੋ ਵਿਸ਼ਾ ਨਾ ਹੋਈ। ਤੇ ਸਤਿਗੁਰੂ ਪਾਤਸ਼ਾਹ ਜੀ, ਤੁਹਾਡੇ ਦਰਸ਼ਨ ਇਹੋ ਜਿਹੇ ਕਿਰਪਾ ਵਾਲੇ, ਮਨ ਕਰਕੇ ਔਰ ਸ਼ਬਦਾਂ ਕਰਕੇ ਵਕਾਰ ਨਹੀਂ ਨੇੜੇ ਆਉਂਦਾ। ਸਾਡੇ ਸ਼ਬਦਾਂ ਵਿੱਚ, ਬੋਲਾਂ ਵਿੱਚ ਜਿਹੜੀਆਂ ਅਸੀਂ ਗੱਲਾਂ ਕਰਦੇ ਹਾਂ, ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਤੁਹਾਡੇ ਦਿਦਾਰੇ ਇਹੋ ਜਿਹੇ ਨੇ, ਉਹਨਾਂ ਦੀ ਜ਼ੁਬਾਨ ਦੇ ਵਿੱਚੋਂ ਵਿਸ਼ੇ ਵਿਕਾਰਾਂ ਦੀਆਂ ਗੱਲਾਂ ਮੁੱਕ ਹੀ ਜਾਂਦੀਆਂ, ਖਤਮ ਹੀ ਹੋ ਜਾਂਦੀਆਂ। ਤੁਹਾਡੇ ਦਰਸ਼ਨ ਇਹੋ ਜਿਹੇ ਨੇ, ਮਨ ਦੇ ਵਿੱਚ ਖਿਆਲ ਹੀ ਮਾੜਾ ਨਹੀਂ ਆਉਂਦਾ। ਮਾੜੇ ਖਿਆਲ ਤੁਹਾਡੇ ਦਰਸ਼ਨ ਮਿਟਾ ਹੀ ਦਿੰਦੇ ਨੇ। ਤੇ ਗੁਰੂ ਦਾ ਦਰਸ਼ਨ ਹੀ ਕੀ ਹੋਇਆ ਜੇ ਮਾੜਾ ਲੇਖ, ਮਾੜਾ ਕਰਮ ਨਾ ਮਿਟੇ। ਜਿਸ ਮਨ ਨੂੰ ਵਸ ਕਰਨ ਵਾਸਤੇ ਜੋਗੀਆਂ ਨੇ ਯਤਨ ਕੀਤੇ ਨੇ, ਜਿਸ ਜ਼ੁਬਾਨ ਨੂੰ ਵਸ ਕਰਨ ਵਿੱਚ ਬੜੇ ਬੜੇ ਯਤਨ ਕਰਦੇ ਦੁਨੀਆ ਦੇ ਲੋਕ, ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਤੁਹਾਡੇ ਦਰਸ਼ਨ ਕਰਕੇ ਮਨ ਵੀ ਵਸ ਆ ਜਾਂਦਾ, ਜ਼ੁਬਾਨ ਵੀ ਵਸ ਹੋ ਜਾਂਦੀ ਹੈ। ਪਾਖਤ ਸ਼ਰਤ ਸਿਮਰਤ ਸਭ ਕੋਈ। ਇਹ ਬਚਨ ਜਿਹੜੇ ਨੇ ਸਿਮਰਤੀਆਂ ਦੇ ਵਿੱਚ ਲਿਖੇ ਨੇ, ਜਾਂ ਜਿਹੜੀਆਂ ਵੇਦਾਂ ਦੀਆਂ ਸ਼ੁਰਤੀਆਂ ਨੇ ਨਾ, ਵੇਦਾਂ ਦੇ ਸ਼ਲੋਕ, ਉਹਨਾਂ ਵਿੱਚ ਵੀ ਇਹ ਬਚਨ ਲਿਖੇ ਨੇ। ਗੁਰੂ ਦੀ ਮਹਿਮਾ, ਗੁਰੂ ਦਾ ਦਿਦਾਰਾ, ਗੁਰੂ ਦਾ ਦਰਸ਼ਨ ਗੁਰਮੁਖੋ ਬੜਿਆਂ ਵੱਡਿਆਂ ਭਾਗਾਂ ਵਾਲਿਆਂ ਨੂੰ ਮਿਲਦਾ,
ਜਿਹੜੇ ਕਰ ਲੈਂਦੇ ਉਹਨਾਂ ਨੂੰ ਇਹ ਦਾਤਾਂ ਮਿਲਦੀਆਂ ਹਨ। ਅਸ ਪ੍ਰਭ ਪਾਏ ਕੌਣ ਤਜ ਸਕੈ। ਹੱਥ ਜੋੜੇ ਮਹੰਤ ਕਿਰਪਾਲ ਦਾਸ ਨੇ। ਪੌਂਟਾ ਸਾਹਿਬ ਦੀ ਧਰਤੀ ਦੀ ਆਪਾਂ ਕਥਾ ਸੁਣਦੇ ਪਏ ਹਾਂ। ਹੱਥ ਜੋੜ ਕੇ ਮਹੰਤ ਕਿਰਪਾਲ ਦਾਸ ਕਹਿ ਰਿਹਾ, ਮਹਾਰਾਜ ਐਸੇ ਗੁਰੂ ਨੂੰ ਪ੍ਰਾਪਤ ਕਰਕੇ ਤੇ ਫਿਰ ਛੱਡ ਕੌਣ ਸਕਦਾ ਹੈ। ਤੁਸੀਂ ਆਖਦੇ ਹੋ ਮਹੰਤ ਜੀ ਵੀ ਤੁਹਾਡੇ ਚੇਲੇ ਭੱਜ ਗਏ ਤੇ ਤੁਸੀਂ ਨਹੀਂ ਭੱਜੇ। ਮਹਾਰਾਜ ਚੇਲਿਆਂ ਨੂੰ ਤੇ ਤੁਹਾਡੀ ਮਹਿਮਾ ਦਾ ਪਤਾ ਨਹੀਂ ਸੀ, ਉਹ ਤਾਂ ਭੱਜ ਗਏ, ਅਣਜਾਣ ਸਨ, ਬੇਸਮਝ ਸਨ। ਪਰ ਮਹਾਰਾਜ ਮੈਨੂੰ ਤੇ ਪਤਾ ਹੈ ਨਾ ਤੁਹਾਡੀ ਮਹਿਮਾ ਦਾ। ਜਿਸ ਗੁਰੂ ਨੂੰ ਪ੍ਰਾਪਤ ਕਰਨ ਵਾਸਤੇ ਕਈ ਜਨਮਾਂ ਦੀ ਭਗਤੀ ਲੱਗ ਜਾਂਦੀ ਹੈ, ਦੇਵੀ ਦੇਵਤਿਆਂ ਨੂੰ ਵੀ ਜਿਹੜੇ ਦਰਸ਼ਨ ਦੁਰਲੱਭ ਹੋਏ ਪਏ ਨੇ, ਉਹ ਦਰਸ਼ਨ ਮੇਰੀਆਂ ਅੱਖਾਂ ਦੇ ਸਾਹਮਣੇ ਹੋ ਰਿਹਾ ਹੈ। ਮਹਾਰਾਜ ਐਸੇ ਗੁਰੂ ਨੂੰ ਛੱਡ ਕੇ ਫਿਰ ਕਿਵੇਂ ਚਲਾ ਜਾਵਾਂ, ਮੈਂ ਨਹੀਂ ਜਾ ਸਕਦਾ। ਹਾਂ, ਜਿਸਕੇ ਪਦ ਸਰੋਜ ਸੁਰ ਤਕੈ। ਸਤਿਗੁਰੂ ਪਾਤਸ਼ਾਹ ਮਹਾਰਾਜ ਜੀਓ, ਜਿਸ ਗੁਰੂ ਦੇ ਚਰਨ ਕਮਲਾਂ ਵਰਗੇ ਬੜੇ ਸੁੰਦਰ ਨੇ, ਉਹਨਾਂ ਕਮਲਾਂ ਵਰਗੇ ਸੁੰਦਰ ਚਰਨਾਂ ਨੂੰ ਤੱਕਣ ਵਾਸਤੇ ਦੇਵੀ ਦੇਵਤੇ ਦਿਨੇ ਰਾਤ ਯਤਨ ਕਰਦੇ ਪਏ, ਉਹ ਦਰਸ਼ਨ ਮੈਨੂੰ ਸਾਹਮਣੇ ਹੋ ਰਿਹਾ ਨੇ, ਮੈਂ ਕਿਵੇਂ ਛੱਡ ਸਕਦਾ ਹਾਂ। ਭੂਲ ਚੂਕ ਦਾਸਨ ਤੇ ਹੋਏ। ਸਤਿਗੁਰੂ ਪਾਤਸ਼ਾਹ ਜੀ ਮਹੰਤ ਕਿਰਪਾਲ ਦਾਸ ਕਹਿ ਰਿਹਾ, ਮਹਾਰਾਜ ਦਾਸਾਂ ਦੇ ਕੋਲੋਂ ਭੁੱਲਾਂ ਚੁੱਕਾਂ ਹੋ ਜਾਂਦੀਆਂ, ਕਿਉਂਕਿ ਆਦਮੀ ਭੁੱਲ ਸਕਦਾ ਹੈ, ਅਸੀਂ ਭੁੱਲਣਹਾਰ ਹਾਂ। ਭੁੱਲਣ ਅੰਦਰ ਸਭ ਕੋ ਆ ਭੁੱਲ ਗੁਰੂ ਕਰਤਾਰ। ਗੁਰੂ ਨਹੀਂ ਕਦੇ ਭੁੱਲਦਾ। ਬੰਦਾ ਇਨਸਾਨ ਸਾਡੇ ਵਰਗਾ ਹਮੇਸ਼ਾ ਭੁੱਲਦਾ ਰਹਿੰਦਾ, ਗਲਤੀਆਂ ਹੁੰਦੀਆਂ ਰਹਿੰਦੀਆਂ। ਲੇਖਾ ਕਤਹਿ ਨ ਛੂਟੀਐ, ਖਿਨ ਖਿਨ ਭੁੱਲਣ ਹਾਰ। ਅੱਖ ਨੂੰ ਖੋਲ੍ਹਣਾ ਤੇ ਮੀਟਣਾ। ਇੰਨੇ ਸਮੇਂ ਵਿੱਚ ਅਸੀਂ ਪਤਾ ਨਹੀਂ ਕਿੰਨੇ ਗੁਨਾਹ ਤੇ ਗਲਤੀਆਂ ਕਰਦੇ। ਸਾਡੇ ਮਨ ਵਿੱਚ ਕਿੰਨੇ ਵਿਚਾਰ ਆਉਂਦੇ ਨੇ, ਸਾਡੀਆਂ ਅੱਖਾਂ ਵਿੱਚ ਕਿਹੋ ਜਿਹੀ ਅੱਗੋਂ ਫੋਟੋ ਤਸਵੀਰ ਆਉਂਦੀ ਹੈ, ਸਾਡੇ ਕੰਨਾਂ ਵਿੱਚ ਕਿਹੋ ਜਿਹੇ ਬਚਨ ਪੈਂਦੇ ਨੇ, ਅਸੀਂ ਜ਼ੁਬਾਨ ਵਿੱਚੋਂ ਕਿਹੜੇ ਬਚਨ ਬੋਲਦੇ। ਸਰੀਰ ਕਰਕੇ ਬੜੇ ਉਪਦਰਵ ਕਰਦੇ, ਅਸੀਂ ਤੇ ਖਿਣ ਖਿਣ ਭੁੱਲਦੇ ਹਾਂ, ਪਰ ਗੁਰੂ ਨਹੀਂ ਭੁੱਲਣਹਾਰ। ਗੁਰੂ ਭੁੱਲਿਆਂ ਨੂੰ ਬਖਸ਼ਦਾ ਹੈ। ਬਚਨ ਕਰ ਰਿਹਾ, ਕਹਿਣ ਲੱਗਾ ਮਹਾਰਾਜ ਭੁੱਲਾਂ ਚੁੱਕਾਂ ਤੇ ਸਾਡੇ ਵਰਗਿਆਂ ਦੇ ਕੋਲੋਂ ਹੁੰਦੀਆਂ ਹਨ। ਬਖਸ਼ਣਹਾਰ ਪ੍ਰਭੂ ਤੁਮ ਸੋਏ। ਤੇ ਸਤਿਗੁਰੂ ਤੁਸੀਂ ਉਹ ਬਖਸ਼ਿਸ਼ ਕਰਨ ਵਾਲੇ, ਮਾਫ ਕਰਨ ਵਾਲੇ। ਜੇ ਅਸੀਂ ਗਲਤੀ ਨਹੀਂ ਕਰਾਂਗੇ ਤੇ ਫਿਰ ਤੁਸੀਂ ਮਾਫ ਕਿਵੇਂ ਕਰੋਗੇ। ਅਸੀਂ ਆ ਗਲਤੀਆਂ ਕਰਨਹਾਰ, ਤੁਸੀਂ ਉਹ ਬਖਸ਼ਣਹਾਰ। ਅਸੀਂ ਗਲਤੀ ਕਰਦੇ ਮਹਾਰਾਜ, ਤੁਸੀਂ ਮਾਫ ਕਰ ਦਿੰਦੇ। ਭਗਤਾਂ ਨੇ ਲਿਖਿਆ ਨਾ, ਜੋ ਹਮ ਬਾਂਧੇ ਮੋਹ ਫਾਂਸ, ਪ੍ਰੇਮ ਭਗਤ ਤੁਮ ਬਾਂਧੇ। ਪਰਮਾਤਮਾ ਨੇ ਪੁੱਛਿਆ ਭਗਤਾਂ ਨੂੰ, ਕਹਿਣ ਲੱਗੇ ਭਗਤੋ ਤੁਸੀਂ ਤੇ ਮੋਹ ਦੇ ਵਿੱਚ ਬੱਧੇ ਹੋਏ, ਮੋਹ ਦੀ ਫਾਹੀ ਗਲ ਵਿੱਚ ਪਈ ਹੈ, ਮੋਹ ਦੀਆਂ ਹੱਥ ਘੜੀਆਂ ਤੁਹਾਨੂੰ ਲੱਗੀਆਂ ਤੇ ਕੀ ਕਰੋਗੇ। ਤੇ ਭਗਤਾਂ ਨੇ ਬੜਾ ਪਿਆਰਾ ਜਵਾਬ ਦਿੱਤਾ, ਕਹਿਣ ਲੱਗੇ ਮਹਾਰਾਜ ਜੇ ਮੋਹ ਦੀਆਂ ਹੱਥ ਘੜੀਆਂ ਲੱਗੀਆਂ ਨੇ ਤੇ ਫਿਰ ਲੱਗੀਆਂ ਤੇ ਖੋਲੋਗੇ ਤੁਸੀਂ ਨਾ। ਜੇ ਹੱਥ ਘੜੀਆਂ ਲੱਗਣ ਹੀ ਨਾ, ਮੋਹ ਆਵੇ ਹੀ ਨਾ, ਤੇ ਫਿਰ ਦੂਰ ਕਿਵੇਂ ਕਰੋਗੇ। ਜੇ ਸਾਡੇ ਕੋਲ ਮੋਹ ਆਵੇਗਾ ਤੇ ਤਾਂ ਹੀ ਤੁਸੀਂ ਦੂਰ ਕਰੋਗੇ ਨਾ। ਜਦੋਂ ਸਾਨੂੰ ਕੋਈ ਵਿਕਾਰ ਆ ਕੇ ਛੂਹੇਗਾ, ਅਸੀਂ ਤੁਹਾਨੂੰ ਯਾਦ ਕਰਾਂਗੇ ਤੇ ਤੁਸੀਂ ਮਹਾਰਾਜ ਦੂਰ ਕਰ ਦਿਓ ਆ ਕੇ। ਪਰ ਜੇ ਸਾਨੂੰ ਵਿਕਾਰ ਕੋਈ ਛੂਹੇ ਹੀ ਨਾ, ਅਸੀਂ ਤੁਹਾਨੂੰ ਯਾਦ ਹੀ ਨਾ ਕਰੀਏ, ਤੇ ਸਾਡਾ ਤੁਹਾਡਾ ਫਿਰ ਮੇਲ ਕਿਵੇਂ ਹੋਵੇਗਾ। ਮੇਲ ਤੇ ਤਾਂ ਹੀ ਹੋਵੇਗਾ ਨਾ, ਅਸੀਂ ਦੁੱਖ ਵਿੱਚ ਪਵਾਂਗੇ, ਤੁਹਾਨੂੰ ਯਾਦ ਕਰਾਂਗੇ, ਤੁਸੀਂ ਸਾਨੂੰ ਆ ਕੇ ਸਾਡੀ ਮਦਦ ਕਰਿਓ। ਮਹਾਰਾਜ ਅਸੀਂ ਬੰਦੇ ਆ ਭੁੱਲਣ ਵਾਲੇ, ਅਸੀਂ ਆ ਭੁੱਲਣਹਾਰ। ਤੁਸੀਂ ਉਹ ਬਖਸ਼ਣ ਵਾਲੇ, ਤੁਸੀਂ ਉਹ ਬਖਸ਼ਣਹਾਰ। ਮੇਰੇ ਚੇਲੇ ਭੱਜ ਗਏ ਤਾਂ ਕੀ ਹੋਇਆ ਮਹਾਰਾਜ, ਮੈਂ ਬੈਠਾ ਆ, ਮੇਰੇ ਚੇਲਿਆਂ ਨੂੰ ਮਾਫ ਕਰ ਦਿਓ। ਜਿਸਕੇ ਉਰ ਨਿਸ਼ਚਾ ਅਸ ਦੇਤ। ਸਤਿਗੁਰੂ ਪਾਤਸ਼ਾਹ ਜੀ ਇਹ ਭੱਜਣਾ ਭਜਾਉਣਾ ਵੀ ਤੇ ਤੁਹਾਡੇ ਹੱਥ ਹੀ ਹੈ ਨਾ। ਤੁਸੀਂ ਉਹਨਾਂ ਦੇ ਮਨ ਵਿੱਚ ਨਿਸ਼ਚਾ ਨਹੀਂ ਦਿੱਤਾ, ਭਰੋਸਾ ਦਿੱਤਾ ਹੀ ਨਹੀਂ। ਉਹਨਾਂ ਦੇ ਅੰਦਰ ਵੀ ਤੇ ਮਹਾਰਾਜ ਤੁਸੀਂ ਵਰਤਦੇ ਪਏ ਹੋ ਨਾ। ਮੈਂ ਤੇ ਤੁਹਾਨੂੰ ਬ੍ਰਹਮ ਰੂਪ ਜਾਣਦਾ, ਮੇਰੇ ਚੇਲਿਆਂ ਦੇ ਅੰਦਰ ਵੀ ਤੁਸੀਂ ਵਰਤੇ ਹੋ। ਤੁਸੀਂ ਉਹਨਾਂ ਨੂੰ ਭਰੋਸਾ ਨਹੀਂ ਦਿੱਤਾ ਤੇ ਉਹ ਦੌੜ ਗਏ। ਤੇ ਮਹਾਰਾਜ ਮੇਰੇ ਅੰਦਰ ਵੀ ਜੇ ਤੁਸੀਂ ਬੈਠੇ ਹੋ, ਮੈਨੂੰ ਭਰੋਸਾ ਦਿੱਤਾ ਤੇ ਮੈਂ ਬੈਠਾ ਰਿਹਾ। ਇਹ ਨਿਸ਼ਚਾ ਤੇ ਭਰੋਸਾ ਵੀ ਆਪ ਹੀ ਦੇਣ ਵਾਲੇ ਹੋ, ਭਜਾਉਣ ਵਾਲੇ ਤੇ ਖੜੇ ਕਰਨ ਵਾਲੇ ਵੀ ਤੁਸੀਂ ਆਪ ਹੀ ਹੋ। ਜਿਹਨੂੰ ਚਾਹੁੰਦੇ ਉਹਨੂੰ ਖੜਾ ਕਰ ਲੈਂਦੇ ਹੋ, ਜਿਹਨੂੰ ਚਾਹੁੰਦੇ ਉਹਨੂੰ ਭਜਾ ਦਿੰਦੇ ਹੋ। ਇਹ ਸਭ ਕੁਝ ਆਪ ਕਰਤੱਵ ਕਰਦੇ ਹੋ। ਨਿਜ ਸੰਗ ਮਿਲਾਏ ਸੁਲੇਤ। ਮਹਾਰਾਜ ਜਿਹਨੂੰ ਚਾਹੁੰਦੇ ਉਹਨੂੰ ਕਿਰਪਾ ਕਰਕੇ ਆਪਣੇ ਨਾਲ ਮਿਲਾ ਲੈਂਦੇ ਹੋ, ਜਿਹਨੂੰ ਚਾਹੁੰਦੇ ਹੋ ਉਹਨੂੰ ਆਪਣਾ ਸੰਗ ਛੱਡ ਕੇ ਦੂਰ ਜਾਣ ਵਾਸਤੇ ਉਹਦੀ ਮੱਤ ਇਸ ਤਰ੍ਹਾਂ ਦੀ ਕਰ ਦਿੰਦੇ ਹੋ। ਮੱਤ ਸਮੱਤ ਤੇਰੇ ਵਸ ਸੁਆਮੀ। ਸਤਿਗੁਰੂ ਸਾਡੀ ਚੰਗੀ ਮੱਤ ਔਰ ਮਾੜੀ ਮੱਤ ਤੇਰੇ ਹੁਕਮ ਦੇ ਵਿੱਚ ਹੀ ਹੈ। ਜਿਵੇਂ ਦੇ ਕਰਮ ਕਰਾਉਂਦੇ
ਉਵੇਂ ਦੀ ਆਪ ਜੀ ਮਤ ਦੇ ਕੇ ਕਰਮਾਂ 'ਚ ਲਾ ਦਿੰਦੇ ਹੋ। ਕਹਾਂ ਬੁੱਧ ਹਮ ਕਰੈ ਬੜਾਈ। ਮਹਾਰਾਜ ਸਾਡੇ ਵਿੱਚ ਕੋਈ ਏਡੀ ਵੱਡੀ ਬੁੱਧੀ ਨਹੀਂ ਨਾ, ਏਡੀ ਵੱਡੀ ਅਕਲ ਨਹੀਂ ਨਾ ਵੀ ਤੁਹਾਡੀ ਅਸੀਂ ਉਪਮਾ ਕਰੀਏ। ਗੁਰੂ ਦੀ ਉਪਮਾ ਕਰਨੀ ਬੜੀ ਔਖੀ ਹੈ, ਬੜੀ ਕਠਿਨ ਹੈ। ਮਹਾਰਾਜ ਸਾਡੇ ਵਿੱਚ ਇੰਨੀ ਸਮਝ ਨਹੀਂ ਹੈ ਵੀ ਅਸੀਂ ਤੁਹਾਡੀ ਮਹਿਮਾ ਕਹਿ ਸਕੀਏ। ਤੁਮਰੀ ਪ੍ਰਭਾ ਤੁਮਹਿ ਬਨਿਆਈ। ਆਪ ਜੀ ਦੀ ਸ਼ੋਭਾ ਇਹ ਤੁਹਾਨੂੰ ਹੀ ਬਣ ਆਉਂਦੀ ਹੈ। ਕਹਾਂ ਲੱਗ ਇਹ ਕੀਟ ਬਖਾਨੈ, ਮਹਿਮਾ ਤੋਰ ਤੂੰ ਹੀ ਪ੍ਰਭ ਜਾਣੈ। ਅਸੀਂ ਤੇ ਮਹਾਰਾਜ ਨਿੱਕੇ ਨਿੱਕੇ ਦੁਨਿਆਵੀ ਕੀੜੇ ਆ, ਤੇ ਕੀੜਿਆਂ ਨੇ ਸਰਬੱਗ ਪ੍ਰਮਾਤਮਾ ਦੀ ਕੀ ਮਹਿਮਾ ਕਰ ਲੈਣੀ। ਮਹਾਰਾਜ ਨੇ ਬੜੀ ਸੋਹਣੀ ਉਦਾਹਰਨ ਦਿੱਤੀ ਹੈ। ਕਹਿਣ ਲੱਗੇ ਪਿਤਾ ਜਨਮ ਜਿਵ ਪੂਤ ਨਾ ਪਾਵੈ, ਕਹਾਂ ਤਵਨ ਕਾ ਭੇਦ ਬਤਾਵੈ। ਬਾਪ ਦਾ ਜਨਮ ਕਿਵੇਂ ਹੋਇਆ, ਕਿਹੜੇ ਹਾਲਾਤਾਂ ਵਿੱਚ ਹੋਇਆ, ਕਿਹੜੇ ਦੁੱਖ ਆਏ, ਕਿਹੜੀਆਂ ਮੁਸੀਬਤਾਂ ਆਈਆਂ, ਪੁੱਤਰ ਨੂੰ ਥੋੜ੍ਹੀ ਪਤਾ। ਜਦੋਂ ਪੁੱਤਰ ਨੇ ਹੋਸ਼ ਸੰਭਾਲੀ ਹੈ, ਉਹਨੇ ਆਪਣੇ ਬਾਪ ਨੂੰ ਵੱਡਾ ਹੀ ਵੇਖਿਆ, ਸਿਆਣੀ ਉਮਰ ਵਿੱਚ ਹੀ ਵੇਖਿਆ, ਪਰ ਪੁੱਤਰ ਨੂੰ ਇਹ ਨਹੀਂ ਨਾ ਪਤਾ ਵੀ ਮੇਰੇ ਬਾਪ ਦਾ ਜਨਮ ਕਿਵੇਂ ਹੋਇਆ ਸੀ, ਕਿਹੜੀਆਂ ਉਸ ਵੇਲੇ ਪਰਿਸਥਿਤੀਆਂ ਸਨ, ਕਿਹੜੇ ਉਸ ਵੇਲੇ ਮਾਹੌਲ ਸਨ, ਕਿਹੜਾ ਦੁੱਖ ਸੀ, ਕਿਹੜਾ ਸੰਕਟ ਸੀ। ਆਪਣੇ ਪਿਤਾ ਦੇ ਜਨਮ ਦੀ ਮਜਬੂਰੀ ਨੂੰ, ਦੁੱਖ ਨੂੰ, ਮੁਸੀਬਤ ਨੂੰ ਪੁੱਤਰ ਨਹੀਂ ਜਾਣ ਸਕਦਾ। ਤੇ ਸਤਿਗੁਰੂ ਇਸ ਤਰ੍ਹਾਂ ਹੀ ਕਹਿ ਰਹੇ ਨੇ। ਕਹਿਣ ਲੱਗੇ ਪਿਤਾ ਜਨਮ ਜਿਵ ਪੂਤ ਨਾ ਪਾਵੈ। ਜਿਵੇਂ ਪੁੱਤਰ ਆਪਣੇ ਪਿਤਾ ਦੇ ਜਨਮ ਨੂੰ ਨਹੀਂ ਦੱਸ ਸਕਦਾ, ਬਿਆਨ ਨਹੀਂ ਕਰ ਸਕਦਾ, ਕਹਾਂ ਤਵਨ ਕਾ ਭੇਦ ਬਤਾਵੈ। ਮਹਾਰਾਜ ਇਸੇ ਤਰ੍ਹਾਂ ਅਸੀਂ ਤੁਹਾਡੀ ਮਹਿਮਾ ਵੀ ਕਿਵੇਂ ਕਰ ਸਕਦੇ, ਕਿਵੇਂ ਕਹਿ ਸਕਦੇ ਹਾਂ ਅਸੀਂ ਤੇ ਹੋਏ ਬੱਚੇ, ਆਪ ਹੋਏ ਸਾਡੇ ਪਿਤਾ। ਤੁਹਾਡਾ ਜਨਮ ਕਦੋਂ ਹੋਇਆ, ਤੁਸੀਂ ਕਦੋਂ ਦੁਨੀਆ ਬਣਾਈ ਹੈ ਮਹਾਰਾਜ, ਇਹ ਭੇਦ ਤੇ ਸਾਨੂੰ ਵੀ ਨਹੀਂ ਪਤਾ। ਤੁਮਹਿ ਪ੍ਰਭਾ ਤੁਮਹਿ ਬਨਿਆਈ, ਔਰਨ ਤੇ ਲਗ ਜਾਤ ਬਤਾਈ। ਤੁਹਾਡੀ ਮਹਿਮਾ, ਤੁਹਾਡੀ ਸ਼ੋਭਾ ਤੁਹਾਨੂੰ ਬਣਦੀ ਹੈ। ਜੇ ਕੋਈ ਬੰਦਾ ਯਤਨ ਵੀ ਕਰੇਗਾ ਨਾ ਵੀ ਮੈਂ ਦੱਸ ਦਿਆਂ ਸ਼ੋਭਾ ਕਰਕੇ, ਤੇ ਲੱਗ ਤੋਂ ਭਾਵ ਹੁੰਦਾ ਥੋੜੀ ਜੀ ਦੱਸ ਸਕੇਗਾ, ਪੂਰੀ ਮਹਿਮਾ ਨਹੀਂ ਕੋਈ ਵਰਣਨ ਕਰ ਸਕਦਾ। ਤੁਮਹਿ ਪ੍ਰਭਾ ਤੁਮਹਿ ਬਨਿਆਈ, ਤੁਹਾਡੀ ਵਡਿਆਈ ਕੇਵਲ ਤੁਹਾਨੂੰ ਬਣ ਆਉਂਦੀ ਹੈ। ਔਰਨ ਤੇ ਲਗ ਜਾਤ ਬਤਾਈ, ਜੇ ਕੋਈ ਹੋਰ ਦੂਜਾ ਯਤਨ ਵੀ ਕਰੇਗਾ ਤੇ ਲੱਗ ਤੋਂ ਭਾਵ ਥੋੜੀ ਬਹੁਤੀ ਤੇ ਦੱਸ ਸਕਦਾ, ਪੂਰੀ ਨਹੀਂ ਕੋਈ ਮਹਿਮਾ ਵਰਣਨ ਕਰ ਸਕਦਾ। ਇਹ ਕਹਿ ਰਿਹਾ ਮਹੰਤ ਕਿਰਪਾਲ ਦਾਸ, ਮਹਾਰਾਜ ਤੁਹਾਡੀ ਮਹਿਮਾ ਤੁਹਾਨੂੰ ਬਣ ਆਉਂਦੀ ਹੈ। ਏਵ ਪ੍ਰਸ਼ੰਸਤ ਸਾਧ ਕਿਰਪਾਲ। ਕਹਿਣ ਲੱਗੇ ਵੀ ਇਸ ਤਰ੍ਹਾਂ ਕਿਰਪਾਲ ਦਾਸ ਸਾਧੂ ਦਾ ਨਾਮ ਹੈ। ਗੁਰਮੁਖੋ ਪੌਂਟਾ ਸਾਹਿਬ ਦੀ ਧਰਤੀ ਤੇ ਸਾਧੂ ਹੋਇਆ, ਇਹਦੇ ਨਾਮ ਦਾ ਡੇਰਾ ਵੀ ਉੱਥੇ ਬਣਿਆ ਹੋਇਆ। ਅੱਜ ਵੀ ਸੰਗਤਾਂ ਦਰਸ਼ਨ ਕਰਦੀਆਂ। ਇਹ ਮਹੰਤ ਪੱਥਰ ਦੇ ਉੱਪਰ ਚੌਂਕੜਾ ਮਾਰ ਕੇ ਬੈਠਦਾ ਸੀ। ਉਹ ਪੱਥਰ ਦੇ ਵਿੱਚ ਅੱਜ ਵੀ ਬੈਠਣ ਦੇ ਨਿਸ਼ਾਨ ਵੇਖੇ ਜਾ ਸਕਦੇ। ਐਸੇ ਮਹੰਤ ਨੇ ਐਸੀ ਮਹਿਮਾ ਮਹਾਰਾਜ ਜੀਆਂ ਦੀ ਆਖੀ ਹੈ। ਬਿਹਸ ਬਚਨ ਤਬ ਕਹਿਓ ਕਿਰਪਾਲ। ਤੇ ਸਤਿਗੁਰੂ ਪਾਤਸ਼ਾਹ ਕਿਰਪਾਲੂ ਮਹਾਰਾਜ ਦੀ ਹੱਸ ਪੈ ਜਦੋਂ ਇਹ ਬਚਨ ਕੀਤੇ ਨਾ ਕਿਰਪਾਲ ਦਾਸ ਨੇ, ਮਹੰਤ ਨੇ, ਤੇ ਸਤਿਗੁਰੂ ਸੁਣ ਕੇ ਫਿਰ ਹੱਸ ਪੈ, ਮੁਸਕਰਾਏ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਖੁਸ਼ ਹੋਏ ਸੁਣ ਕੇ ਇਹਦੇ ਕੋਲੋਂ ਬਚਨ, ਤੇ ਮਹਾਰਾਜ ਕਹਿਣ ਲੱਗੇ ਹਨ ਬ੍ਰਿੰਦ ਗ੍ਰਿੰਦਨ ਚਮੂ ਬਿਲੰਦ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਠੀਕ ਹੈ, ਤੁਸੀਂ ਸਾਨੂੰ ਪਰਮੇਸ਼ਰ ਜਾਣਦੇ ਹੋ, ਪਰ ਬਹੁਤ ਜ਼ਿਆਦੀ ਪਹਾੜੀ ਰਾਜਿਆਂ ਦੀ ਫੌਜ ਚੜ੍ਹ ਕੇ ਆ ਗਈ ਹੈ, ਇੱਕ ਰਾਜੇ ਦੀ ਨਹੀਂ ਹੈ। ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਪਹਿਲਾ ਜੰਗ ਹੈ, ਇੱਕ ਰਾਜੇ ਦੀ ਫੌਜ ਮਗਰ ਨਹੀਂ ਲੱਗੀ ਹੈ, ਬੇਅੰਤ ਰਾਜਿਆਂ ਦੀ, ਕਈ ਰਾਜਿਆਂ ਦੀ ਫੌਜ ਚੜ੍ਹ ਕੇ ਆਈ ਹੈ। ਹਮ ਪਰ ਚੜ੍ਹਿਆ ਏ ਕਰ ਧੁੰਦ। ਮਹਾਰਾਜ ਕਹਿਣ ਲੱਗੇ ਸਾਡੇ ਉੱਪਰ ਜ਼ੋਰ ਕਰਕੇ, ਰੌਲਾ ਪਾ ਕੇ, ਸਾਡੇ ਤੇ ਧੱਕਾ ਜ਼ੋਰ ਅਜਮਾਇਸ਼ ਕਰਨ ਵਾਸਤੇ ਚੜ੍ਹ ਕੇ ਆ ਗਈ ਪਹਾੜੀ ਰਾਜਿਆਂ ਦੀ ਫੌਜ। ਮਹੰਤ ਕਿਰਪਾਲ ਦਾਸ ਜੀ ਤੁਹਾਡਾ ਕੀ ਵਿਚਾਰ ਹੈ, ਇਹਦੇ ਬਾਰੇ ਕੀ ਕਰਨਾ ਚਾਹੀਦਾ ਹੈ? ਭੀਮ ਚੰਦ ਕੇ ਕਹੇ ਕਹਾਏ। ਕਿਉਂਕਿ ਸਾਰੇ ਭੀਮ ਚੰਦ ਰਾਜੇ ਦੇ ਕਹੇ ਹੋਏ ਆਏ ਹਨ। 22 ਧਾਰ ਨਿਰਪਤ ਸਮੁਦਾਇ। ਇਹ 22 ਧਾਰਾਂ ਨੇ, ਇਹ ਰਾਜਿਆਂ ਦੀਆਂ। ਗੁਰਮੁਖੋ ਧਾਰ ਕਿਹਾ ਜਾਂਦਾ ਹੈ, ਇੱਧਰ ਵੀ ਪਹਾੜ ਉੱਧਰ ਵੀ ਪਹਾੜ, ਤੇ ਵਿਚਕਾਰ ਜਿਹੜਾ ਮੈਦਾਨੀ ਇਲਾਕਾ ਹੈ ਨਾ, ਉਹਨੂੰ ਇੱਕ ਧਾਰਾ ਗਿਣਿਆ ਜਾਂਦਾ। ਇਹ ਜਿੰਨੇ ਪਹਾੜ ਨੇ, ਇਹਨਾਂ ਪਹਾੜਾਂ ਵਿੱਚ 22 ਰਾਜੇ ਰਾਜ ਕਰਦੇ ਸਨ। ਤੇ ਉਹਨਾਂ ਰਾਜਿਆਂ ਨੂੰ ਜਿੰਨੇ ਜਿੰਨੇ ਮੈਦਾਨੀ ਇਲਾਕੇ ਉਹਨਾਂ ਨੂੰ ਆਉਂਦੇ, ਆਪੋ ਆਪਣੇ ਸ਼ਹਿਰਾਂ ਨੂੰ ਰਾਜਧਾਨੀਆਂ ਉਹਨਾਂ ਨੇ ਬਣਾਇਆ ਸੀ, ਉਹਨਾਂ ਨੂੰ ਤਾਂ 22 ਧਾਰ ਦੇ ਰਾਜੇ ਆਖਿਆ ਜਾਂਦਾ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਇੱਕ ਰਾਜਾ ਸਾਡਾ ਨਹੀਂ ਵੈਰੀ ਬਣਿਆ,
ਇਹ ਤੇ 22 ਦੇ 22 ਰਾਜੇ ਸਾਡੇ ਵੈਰੀ ਬਣ ਗਏ ਹਨ। ਸਭਨ ਸਕੇਲੀ ਅਨੀ ਤੇ ਕਨੇਰੀ। ਇਹਨਾਂ ਨੇ ਬਹੁਤ ਜ਼ਿਆਦੀ ਫੌਜ ਇਕੱਠੀ ਕਰ ਲਈ ਹੈ। ਜਿੰਨਾ ਵੀ ਇਹ ਬਲ ਤਾਕਤ ਲਾ ਸਕਦੇ ਸਨ ਸਾਰੀ ਫੌਜ ਇਹਨਾਂ ਨੇ ਸਾਡੇ ਉੱਪਰ ਲੈ ਆਂਦੀ ਹੈ। ਫਤਿਹ ਸ਼ਾਹ ਲੈ ਸੰਗ ਬਡੇਰੀ। ਇਹ ਫਤਿਹ ਸ਼ਾਹ ਰਾਜਾ, ਇਹਨਾਂ ਵਿੱਚੋਂ ਇੱਕ ਦਾ ਨਾਮ ਫਤਿਹ ਸ਼ਾਹ ਰਾਜਾ ਹੈ। ਇਹ ਰਾਜਾ ਸਾਰੀ ਫੌਜ ਦੀ ਅਗਵਾਈ ਕਰਨ ਵਾਸਤੇ ਲੈ ਕੇ ਆਉਂਦਾ ਹੈ। ਬਿਨਾ ਕਾਜ ਮੂਰਖ ਹੰਕਾਰੀ। ਸਤਿਗੁਰੂ ਇੱਥੇ ਬਚਨ ਵੀ ਕਰਦੇ ਪਏ, ਕਹਿਣ ਲੱਗੇ ਬਿਨਾਂ ਕਾਜ ਤੋਂ ਸਾਡਾ ਫਤਿਹ ਸ਼ਾਹ ਦੇ ਨਾਲ ਤੇ ਕੋਈ ਵਿਗਾੜ ਹੈ ਹੀ ਨਹੀਂ। ਇੱਕ ਤਾਂ ਹੁੰਦਾ ਨਾ ਵੀ ਆਪਾਂ ਕਿਸੇ ਨੂੰ ਦੁੱਖ ਦਿੱਤਾ ਹੋਵੇ ਜਾਂ ਕਿਸੇ ਦਾ ਕੋਈ ਕੰਮ ਵਿਗਾੜਿਆ ਹੋਵੇ, ਉਹ ਤੇ ਲੜੇ ਤੇ ਗੱਲ ਸਮਝ ਆਉਂਦੀ ਹੈ। ਇੱਕ ਆਪਾਂ ਕਿਸੇ ਨੂੰ ਕੁਝ ਵੀ ਨਾ ਕਿਹਾ ਹੋਵੇ ਤੇ ਫਿਰ ਵੀ ਉਹ ਆਪਣੀ ਫੌਜ ਲੈ ਕੇ ਆ ਜਾਵੇ ਤੇ ਉਹ ਗੱਲ ਸਮਝੋਂ ਬਾਹਰ ਹੈ। ਸਤਿਗੁਰੂ ਇੱਥੇ ਆਪ ਕਹਿ ਰਹੇ ਨੇ, ਕਹਿਣ ਲੱਗੇ ਮਹੰਤ ਕਿਰਪਾਲ ਦਾਸ ਜੀ ਸਾਡਾ ਰਾਜੇ ਫਤਿਹ ਚੰਦ ਦੇ ਨਾਲ ਤੇ ਕੋਈ ਵੈਰ ਹੈ ਹੀ ਨਹੀਂ, ਪਰ ਫਿਰ ਵੀ ਸਾਡੇ ਤੇ ਫੌਜ ਲੈ ਕੇ ਆ ਗਿਆ ਹੈ। ਲਰਬੇ ਹੇਤ ਕਰੀ ਅਸਤਿਆਰੀ। ਅਸੀਂ ਤਾਂ ਲੜਨ ਵਾਸਤੇ ਤਿਆਰੀ ਕੀਤੀ ਹੈ। 10ਵੇਂ ਪਾਤਸ਼ਾਹ ਮਹਾਰਾਜ ਨੇ ਬਚਿੱਤਰ ਨਾਟਕ ਨਾਮ ਦਾ ਗ੍ਰੰਥ ਲਿਖਿਆ। ਮਹਾਰਾਜ ਨੇ ਭੰਗਾਣੀ ਦੇ ਜੰਗ ਦਾ ਵਰਣਨ ਕੀਤਾ। ਜੰਗ ਤੇ ਕਈ ਕੀਤੇ ਪਰ ਭੰਗਾਣੀ ਦੇ ਜੰਗ ਦਾ ਵਰਣਨ ਮਹਾਰਾਜ ਨੇ ਆਪ ਵੀ ਕੀਤਾ 10ਵੇਂ ਗ੍ਰੰਥ ਦੇ ਵਿੱਚ। ਉਹਦੇ ਵਿੱਚ ਮਹਾਰਾਜ ਨੇ ਇਹ ਆਪ ਬਚਨ ਲਿਖਿਆ, ਕਹਿਣ ਲੱਗੇ ਲੋਹੋ ਪਰਾ ਹਮਸੋ ਬਿਨ ਕਾਜਾ ਫਤਿਹ ਸ਼ਾਹ ਕੋਪਿਓ ਤਬ ਰਾਜਾ ਲੋਹੋ ਪਰਾ ਹਮਸੋ ਬਿਨ ਕਾਜਾ। ਫਤਿਹ ਸ਼ਾਹ ਰਾਜਾ ਸਾਡੇ ਤੇ ਕੋਪਿਓ ਤੋਂ ਭਾਵ ਵੀ ਸਾਡੇ ਤੇ ਗੱਜਿਆ ਆ ਕੇ, ਸਾਡੇ ਨਾਲ ਲੜਿਆ ਆ ਕੇ, ਤੇ ਬਿਨਾਂ ਕੰਮ ਤੋਂ ਸਾਡੇ ਨਾਲ ਲੋਹੇ ਦੇ ਨਾਲ ਲੋਹਾ ਸਾਡਾ ਟਕਰਾਇਆ, ਸ਼ਸਤਰਾਂ ਨਾਲ ਸ਼ਸਤਰ ਟਕਰਾਏ, ਤਲਵਾਰਾਂ ਨਾਲ ਤਲਵਾਰਾਂ ਟਕਰਾਈਆਂ, ਪਰ ਟਕਰਾਈਆਂ ਬਿਨਾਂ ਕਿਸੇ ਕਾਰਨ ਤੋਂ। ਫਤਿਹ ਸ਼ਾਹ ਦਾ ਤੇ ਕੁਝ ਨਹੀਂ ਅਸੀਂ ਵਿਗਾੜਿਆ ਹੈ। ਆਜ ਚੜ੍ਹੇ ਹਮਲੇ ਨਿਜ ਦਲ ਕੋ। ਤੇ ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਵੀ ਅਸੀਂ ਆਪਣੀ ਫੌਜ ਲੈ ਕੇ ਉਹਨਾਂ ਦਾ ਮੁਕਾਬਲਾ ਕਰਨ ਵਾਸਤੇ ਅੱਜ ਚੜ੍ਹ ਕੇ ਚੱਲੇ ਹਾਂ। ਦੇਖਾਂ ਅਪਰ ਦਿਖਾਵਾਂ ਬਲ ਕੋ। ਤੇ ਸਤਿਗੁਰੂ ਇੱਥੇ ਬਚਨ ਕਰਦੇ ਪਏ, ਕਹਿਣ ਲੱਗੇ ਮਹੰਤ ਕਿਰਪਾਲ ਦਾਸ ਜੀ ਅੱਜ ਵੇਖਾਂਗੇ ਪਹਾੜੀ ਰਾਜਿਆਂ ਦਾ ਬਲ, ਔਰ ਨਾਲ ਵਿਖਾਵਾਂਗੇ ਪਹਾੜੀਆਂ ਨੂੰ ਅਸੀਂ ਆਪਣਾ ਬਲ। ਅੱਜ ਵੇਖਦੇ ਹਾਂ ਵੀ ਕਿਹੜਾ ਮਾਈ ਦਾ ਲਾਲ ਮੈਦਾਨ ਵਿੱਚ ਨਿਤਰਦਾ ਹੈ, ਕਿਹਨੇ ਅੱਜ ਆਪਣੀ ਮਾਂ ਦੇ ਦੁੱਧ ਨੂੰ ਸਫਲਾ ਕਰਨਾ ਹੈ। ਇਹ ਤੇ ਅੱਜ ਜੰਗ ਦੇ ਮੈਦਾਨ ਵਿੱਚ ਵੇਖਾਂਗੇ ਕਿਹੜਾ ਸਾਡੇ ਤੀਰਾਂ ਦੀ ਤਾਬ ਨੂੰ ਝੱਲ ਸਕਦਾ। ਮਹਾਰਾਜ ਬੜੇ ਵੱਡੇ ਬਾ ਕਮਾਲ ਤੀਰ ਅੰਦਾਜ਼ ਸਨ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ। ਤੀਰ ਤੇ ਲੋਕ ਅੱਜ ਵੀ ਚਲਾਉਂਦੇ ਨੇ, ਪਰ ਜਿਹੜੇ ਤੀਰ 10ਵੇਂ ਪਾਤਸ਼ਾਹ ਨੇ ਚਲਾਏ ਚਲਾ ਕੋਈ ਨਹੀਂ ਸਕਦਾ। 9 ਟੰਕਾ ਧਨੁੱਖ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਆਪਣੇ ਹੱਥ ਵਿੱਚ ਫੜ ਕੇ ਚਲਾਉਂਦੇ ਸਨ। ਤੇ ਵਿਦਵਾਨਾਂ ਨੇ ਲਿਖਿਆ ਇੱਕ ਟੰਕ ਦੇ ਵਿੱਚ 25 ਕਿਲੋ ਭਾਰ ਹੁੰਦਾ, ਤੇ 9 ਟੰਕਾਂ ਦਾ ਭਾਰ ਜਿਹੜਾ ਨਾ ਗੁਰਮੁਖੋ ਉਹ ਕੋਈ 2.25 ਕੁਆਂਟਲ ਦੇ ਨੇੜੇ ਬੰਨੇ ਬਣ ਜਾਂਦਾ। ਜਿਹਦੀ ਇੱਕ ਬਾਂਹ ਵਿੱਚ ਇੰਨੀ ਤਾਕਤ ਹੋਵੇ, ਦੋਵਾਂ ਬਾਹਾਂ ਦੀ ਗੱਲ ਨਹੀਂ ਹੈ, ਇੱਕ ਬਾਂਹ ਵਿੱਚ ਇੰਨਾ ਜ਼ੋਰ ਹੋਵੇ ਵੀ 2.25 ਕੁਆਂਟਲ ਭਾਰ ਇੱਕ ਬਾਂਹ ਨਾਲ ਜਿਹੜਾ ਚੁੱਕ ਸਕਦਾ ਨਾ, ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਤੀਰ ਕਮਾਨ ਨੂੰ ਉਹ ਫੜ ਸਕਦਾ ਸੀ। ਉਹਦੇ ਤੋਂ ਬਿਨਾਂ ਕਿਸੇ ਦੇ ਵੱਸ ਦੀ ਗੱਲ ਨਹੀਂ ਸੀ ਵੀ ਮਹਾਰਾਜ ਦਾ ਧਨੁੱਖ ਵੀ ਚੁੱਕ ਜਾਏ। ਇਸ ਤਰ੍ਹਾਂ ਦਾ ਧਨੁੱਖ ਮਹਾਰਾਜ ਦੇ ਕੋਲ। ਤੇ ਜਦੋਂ ਤੀਰ ਚਲਾਉਂਦੇ ਸਨ 4-4 ਮੀਲ ਤੱਕ ਮਹਾਰਾਜ ਦੇ ਤੀਰ ਜਾਂਦੇ ਸਨ। ਜਦੋਂ ਤੀਰ ਚੱਲਦੇ 10ਵੇਂ ਪਾਤਸ਼ਾਹ ਦੇ, ਇਹ ਨਹੀਂ ਵੀ ਇੱਕ ਦੀ ਛਾਤੀ ਵਿੱਚ ਤੀਰ ਵੱਜ ਗਿਆ ਤੇ ਉੱਥੇ ਹੀ ਤੀਰ ਰੁਕ ਜਾਏਗਾ ਤੇ ਬੰਦਾ ਡਿੱਗ ਪਵੇਗਾ, ਨਹੀਂ। 10ਵੇਂ ਪਾਤਸ਼ਾਹ ਮਹਾਰਾਜ ਦੀ ਕਮਾਨ ਵਿੱਚੋਂ ਚੱਲਿਆ ਹੋਇਆ ਤੀਰ ਇੱਕ ਨਹੀਂ ਕਈਆਂ ਦੀਆਂ ਛਾਤੀਆਂ ਦੇ ਵਿੱਚੋਂ ਦੀ ਆਰ ਪਾਰ ਹੋ ਜਾਂਦਾ ਸੀ। ਦੁਸ਼ਮਣ ਡਿੱਗਦੇ ਹੀ ਮੈਦਾਨ ਵਿੱਚ ਦਿਖਾਈ ਦਿੰਦੇ ਸਨ। ਇਸ ਤਰ੍ਹਾਂ ਦੇ ਬਾ ਕਮਾਲ ਤੀਰ ਚੱਲਦੇ ਸਨ ਧੰਨ 10ਵੇਂ ਪਾਤਸ਼ਾਹ ਮਹਾਰਾਜ ਜੀਆਂ ਦੇ। ਐਵੇਂ ਨਹੀਂ ਮਹਾਰਾਜ ਨੇ ਪਹਾੜੀ ਰਾਜਿਆਂ ਨੂੰ ਤੇ ਮੁਗਲ ਫੌਜ ਨੂੰ ਅੱਗੇ ਲਾ ਛੱਡਿਆ। ਇਹ ਬਹਾਦਰੀ ਹੈ ਮਹਾਰਾਜ ਜੀਆਂ ਦੀ। ਉਹ ਨਿਸ਼ਾਨਾ ਮਹਾਰਾਜ ਜੀਆਂ ਦਾ ਜਦੋਂ ਤੱਕ ਕੇ ਚਲਾਉਂਦੇ, ਇਹ ਹੋ ਹੀ ਨਹੀਂ ਸਕਦਾ ਵੀ ਤੀਰ ਨਿਸ਼ਾਨੇ ਤੇ ਨਾ ਲੱਗੇ। ਜੇ ਕੋਈ ਵਿਰੋਧੀ ਰਾਜਾ ਜਾਂ ਕੋਈ ਵਿਰੋਧੀ ਫੌਜ ਦਾ ਕਮਾਂਡਰ ਆਪਣੀ ਫੌਜ ਦੀ ਰਣਨੀਤੀ ਬਣਾਉਣ ਵਾਸਤੇ ਮੰਜੇ ਤੇ ਚੜ੍ਹ ਕੇ ਬੈਠਾ ਨਾ, ਪਲੰਘੇ ਤੇ ਚੜ੍ਹ ਕੇ ਬੈਠਾ, ਤੇ ਮਹਾਰਾਜ ਜੀ ਉਸ ਮੰਜੇ ਦੇ ਪਾਵੇ ਦੇ ਨਾਲ ਵੀ ਤੀਰ ਮਾਰਨ ਦੀ ਸਮਰੱਥਾ ਰੱਖਦੇ ਨੇ। ਅਨੰਦਪੁਰ ਸਾਹਿਬ ਦੀ ਧਰਤੀ ਤੇ ਜੰਗ ਹੋ ਰਿਹਾ ਨਾ, ਥੱਲੇ ਰਾਜੇ ਵਿਉਂਤਬੰਦੀ ਬਣਾ ਰਹੇ ਸਨ, ਨੀਵੇਂ ਪਾਸੇ ਬੈਠੇ ਹੋਏ। ਮਹਾਰਾਜ ਜੀ ਉੱਪਰਲੇ ਪਾਸੇ ਖੜੇ ਸਨ ਤੇ ਉੱਤੋਂ ਨਿਗਾਹ ਪਈ ਮਹਾਰਾਜ ਦੀ ਵੀ ਥੱਲੇ ਉਹ 3-4 ਮੀਲ ਦੀ ਦੂਰੀ ਤੇ ਬੈਠੇ। ਮਹਾਰਾਜ ਦੀ ਨਿਗਾਹ ਪੈ ਗਿਆ ਵੀ ਮੰਜੇ ਤੇ ਚੜ੍ਹ ਕੇ ਬੈਠੇ ਹੋਏ।
ਸਤਿਗੁਰੂ ਪਾਤਸ਼ਾਹ ਮਹਾਰਾਜ ਜੀਆਂ ਨੇ ਤੀਰ ਚਲਾਇਆ, ਜਿਹੜੇ ਰੁੱਖ ਦੇ ਥੱਲੇ ਬੈਠੇ ਸਨ, ਰੁੱਖ ਦੇ ਟਾਹਣ ਦੇ ਨਾਲ ਆ ਕੇ ਤੀਰ ਵੱਜਾ, ਮਹਾਰਾਜ ਦਾ ਖੁੱਭ ਗਿਆ। ਉਹ ਜਿਹੜੇ ਬੈਠੇ ਸਨ ਰਾਜੇ ਭੱਜ ਕੇ ਮੰਜੇ ਤੋਂ ਉੱਠੇ, ਪਲੰਗੇ ਤੋਂ। ਤੀਰ ਵੇਖਿਆ 10ਵੇਂ ਪਾਤਸ਼ਾਹ ਦਾ, ਆਪਸ ਵਿੱਚ ਗੱਲਾਂ ਕਰਨ ਲੱਗ ਪਏ। ਕਹਿੰਦੇ ਮਹਾਰਾਜ ਨੇ ਤੀਰ ਵੇਖੋ ਸ਼ਕਤੀ ਨਾਲ ਕਿੱਡੀ ਦੂਰ ਪਹੁੰਚਾਇਆ। ਤੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਫਿਰ ਇੱਕ ਚਿੱਠੀ ਲਿਖੀ ਤੇ ਦੂਜੇ ਤੀਰ ਦੇ ਨਾਲ ਬੰਨ੍ਹ ਕੇ ਨਾ ਚਿੱਠੀ ਮਹਾਰਾਜ ਨੇ ਦੂਜਾ ਤੀਰ ਚਲਾਇਆ, ਤੇ ਜਿਹੜੇ ਮੰਜੇ ਤੇ ਚੜ੍ਹ ਕੇ ਬੈਠੇ ਸਨ ਉਹਦੇ ਪਾਵੇ ਦੇ ਵਿੱਚ ਲਿਆ ਕੇ ਤੀਰ ਗੱਡਿਆ ਮਹਾਰਾਜ ਨੇ। ਤੇ ਚਿੱਠੀ ਵਿੱਚ ਲਿਖਿਆ ਸੀ, ਪਹਾੜੀਓ, ਇਹ ਅਸੀਂ ਕਰਾਮਾਤ ਨਾਲ ਨਹੀਂ ਚਲਾਇਆ, ਇਹ ਸਾਡੀ ਸ਼ਸਤਰ ਵਿਦਿਆ ਹੈ। ਜਿਹੜਾ ਤੀਰ ਤੁਹਾਡੇ ਮੰਜੇ ਦੇ ਪਾਵੇ ਦੇ ਵਿੱਚ ਅਸੀਂ ਪਰੋ ਸਕਦੇ ਹਾਂ, ਜੇ ਅਸੀਂ ਚਾਹੁੰਦੇ ਤੇ ਇਹ ਤੀਰ ਤੁਹਾਡੀ ਛਾਤੀ ਵਿੱਚੋਂ ਵੀ ਪਾਰ ਕਰ ਸਕਦੇ ਸਾਂ। ਇਹ ਸਾਡੀ ਸ਼ਸਤਰ ਵਿਦਿਆ ਹੈ। ਐਸੇ ਬਹਾਦਰ ਨੇ ਮਹਾਰਾਜ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ। ਇੱਥੇ ਬਚਨ ਕਰਦੇ ਪਏ, ਕਹਿਣ ਲੱਗੇ ਮਹੰਤ ਕਿਰਪਾਲ ਦਾਸ ਜੀ, ਅੱਜ ਪਤਾ ਲੱਗੇਗਾ ਭੰਗਾਣੀ ਦੇ ਜੰਗ ਦੇ ਵਿੱਚ ਪਹਾੜੀ ਰਾਜਿਆਂ ਵਿੱਚ ਕਿੰਨੀ ਕੁ ਤਾਕਤ ਹੈ, ਔਰ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਸਿੱਖਾਂ ਦੇ ਵਿੱਚ ਕਿੰਨੀ ਕੁ ਤਾਕਤ ਹੈ। ਅੱਜ ਉਹਨਾਂ ਦਾ ਬਲ ਅਸੀਂ ਵੇਖਾਂਗੇ, ਦੁਸ਼ਮਣ ਦਾ, ਜਿਹੜੇ ਚੜ੍ਹ ਕੇ ਸਾਡੇ ਤੇ ਆ ਰਹੇ ਨੇ, ਔਰ ਅੱਜ ਅਸੀਂ ਉਹਨਾਂ ਨੂੰ ਆਪਣਾ ਬਲ ਵਿਖਾਵਾਂਗੇ ਵੀ ਸਾਡੇ ਸਿੱਖ ਕੀ ਕਰ ਸਕਦੇ ਹਨ। ਤੁਮ ਹੋ ਸੰਤ ਸਰੂਪ ਸਮਰੱਥ। ਜਦੋਂ ਇਹ ਬਚਨ ਕੀਤੇ ਨਾ ਮਹਾਰਾਜ ਨੇ, ਉਸ ਵੇਲੇ ਫਿਰ ਮਹੰਤ ਕਿਰਪਾਲ ਦਾਸ ਨੂੰ ਮਹਾਰਾਜ ਕਹਿਣ ਲੱਗੇ, ਤੁਸੀਂ ਸੰਤ ਸਰੂਪ ਹੋ, ਸਮਰੱਥ ਹੋ। ਕਹੋਂ ਵਿਜੈ ਹੋਏ ਕਿਸਕੇ ਹੱਥ। ਮਹਾਰਾਜ ਕਹਿੰਦੇ ਮਹੰਤ ਜੀ ਇਹ ਤੇ ਦੱਸੋ ਨਾ, ਤੁਸੀਂ ਇੰਨਾ ਲੰਮਾ ਸਮਾਂ ਸਮਾਧੀ ਲਾਉਂਦੇ ਹੋ, ਇੰਨੀ ਬੰਦਗੀ ਕਰਦੇ ਹੋ, ਸਾਨੂੰ ਇਹ ਚਾਨਣਾ ਪਾਓ ਵੀ ਇਹ ਜੰਗ ਵਿੱਚੋਂ ਜਿੱਤੇਗਾ ਕੌਣ? ਤੁਹਾਡਾ ਕੀ ਵਿਚਾਰ ਹੈ? ਤੁਸੀਂ ਕੀ ਸਮਝਦੇ ਹੋ ਵੀ ਪਹਾੜੀ ਰਾਜੇ ਜਿੱਤਣਗੇ ਜਾਂ ਅਸੀਂ ਜਿੱਤਾਂਗੇ? ਜਿੱਤਣਾ ਕਿ ਹਾਰਨਾ ਹੈ ਤੇ ਕੱਲ੍ਹ ਨੂੰ ਪਤਾ ਲੱਗ ਜਾਣਾ, ਪਰ ਅਸੀਂ ਅੱਜ ਹੀ ਪੁੱਛਦੇ ਪਏ ਵੀ ਤੁਸੀਂ ਦੱਸੋ ਵੀ ਜੰਗ ਵਿੱਚੋਂ ਕੌਣ ਜਿੱਤੇਗਾ, ਕਿਹਨੂੰ ਜਿੱਤ ਮਿਲਣੀ ਹੈ? ਕੌਣ ਤਜੈ ਰਨ ਖੇਤ ਭਲਾਵੈ। ਸਾਨੂੰ ਇਹ ਦੱਸੋ, ਜੰਗ ਦੇ ਮੈਦਾਨ ਵਿੱਚੋਂ ਕੌਣ ਦੌੜੇਗਾ ਤੇ ਜੰਗ ਨੂੰ ਜਿੱਤੇਗਾ ਕੌਣ? ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਸਿੱਖ ਜੰਗ ਦਾ ਮੈਦਾਨ ਛੱਡ ਕੇ ਦੌੜ ਜਾਣਗੇ ਕਿ ਜਾਂ ਫਿਰ ਪਹਾੜੀ ਰਾਜੇ ਦੌੜਨਗੇ? ਮਹੰਤ ਜੀ ਇਹ ਦੱਸੋ, ਆਪਣਾ ਵਿਚਾਰ ਦਿਓ ਵੀ ਤੁਸੀਂ ਇਸ ਬਾਰੇ ਕੀ ਜਾਣਦੇ ਹੋ। ਕੌਣ ਜੀਤ ਸ਼ੀਘਰ ਘਰ ਜਾਵੇ। ਤੇ ਇਸ ਜੰਗ ਨੂੰ ਛੇਤੀ ਕੌਣ ਜਿੱਤੇਗਾ? ਕਿਉਂਕਿ ਪਹਾੜੀਆਂ ਦੀ ਫੌਜ ਬੜੀ ਵੱਡੀ ਹੈ ਨਾ, ਐਡੀ ਵੱਡੀ ਫੌਜ ਨੂੰ ਜੰਗ ਲੜਦਿਆਂ ਕਈ ਦਿਨ ਲੱਗ ਜਾਣੇ। ਪਰ ਇੱਥੇ ਅਸੀਂ ਕਈ ਦਿਨਾਂ ਦੀ ਗੱਲ ਨਹੀਂ ਕਰਦੇ ਪਏ, ਅਸੀਂ ਇਹ ਕਹਿੰਦੇ ਪਏ ਵੀ ਛੇਤੀ ਤੋਂ ਛੇਤੀ, ਜਲਦੀ ਤੋਂ ਜਲਦੀ ਜੰਗ ਨੂੰ ਕੌਣ ਜਿੱਤਣ ਦੀ ਸਮਰੱਥਾ ਰੱਖਦਾ ਹੈ? ਮਹੰਤ ਜੀ ਆਪਣਾ ਵਿਚਾਰ ਦੇਣਾ ਕਰੋ। ਨਾਮ ਕਿਰਪਾਲ, ਕਿਰਪਾਲ ਸਰੂਪ। ਤੇ ਉਸ ਵੇਲੇ ਇਹ ਜਿਹੜਾ ਮਹੰਤ ਹੈ ਨਾ, ਇਹਦਾ ਨਾਮ ਹੈ ਗੁਰਮੁਖੋ ਕਿਰਪਾਲ ਦਾਸ। ਤੇ ਇਸ ਕਿਰਪਾਲ ਦਾਸ ਨੇ ਉਸ ਵੇਲੇ ਬੇਨਤੀ ਕੀਤੀ, ਮਹਾਰਾਜ ਆਪ, ਮੇਰਾ ਤੇ ਨਾਮ ਹੀ ਕਿਰਪਾਲ ਦਾਸ ਹੈ, ਆਪ ਜੀ ਤੇ ਹੋ ਹੀ ਕਿਰਪਾਲੂ। ਮਹਾਰਾਜ ਆਪ ਤੇ ਕਿਰਪਾਲੂ, ਕਿਰਪਾ ਕਰਨ ਵਾਲੇ ਹੋ। ਕਹੋ ਬਤਾਵਨ ਬਾਤ ਅਨੂਪ। ਤੇ ਸਤਿਗੁਰੂ ਪਾਤਸ਼ਾਹ ਕਹਿਣ ਲੱਗੇ, ਮਹੰਤ ਜੀ ਦੱਸੋ, ਜਵਾਬ ਦਿਓ, ਜਿਹੜਾ ਸਵਾਲ ਪੁੱਛਿਆ ਨਾ ਉਹਦਾ ਜਵਾਬ ਦਿਓ। ਜੰਗ ਵਿੱਚੋਂ ਵਿਜয়ੀ ਕੌਣ ਹੋਵੇਗਾ? ਜਿੱਤੇਗਾ ਕੌਣ? ਭੱਜੇਗਾ ਕੌਣ? ਛੇਤੀ ਜਿੱਤ ਕਿਸ ਨੂੰ ਮਿਲੇਗੀ? ਹਾਰ ਕੇ ਜੰਗ ਦੇ ਵਿੱਚ ਪਿੱਠ ਕੌਣ ਵਿਖਾਵੇਗਾ? ਇਹ ਦੱਸੋ। ਜਦੋਂ ਇਹ ਸਵਾਲ ਕੀਤੇ, ਮਹੰਤ ਕਿਰਪਾਲ ਦਾਸ ਫਿਰ ਜਵਾਬ ਦੇਣ ਲੱਗਾ। ਇਹਨੇ ਹੱਥ ਜੋੜੇ ਮਹਾਰਾਜ ਦੇ ਅੱਗੇ ਤੇ ਫਿਰ ਬੇਨਤੀ ਕਰਦਾ ਹੈ, ਸੁਨ ਮਹੰਤ ਦ੍ਰਿਗ ਤੇ ਜਲ ਢੇਰੇ। ਕਹਿਣ ਲੱਗੇ, ਮਹੰਤ ਨੇ ਸੁਣੇ ਨਾ ਗੁਰਮੁਖੋ ਬਚਨ, ਤੇ ਫਿਰ ਹੱਥ ਜੋੜ ਕੇ ਕਹਿਣ ਲੱਗਾ, ਕਹਿੰਦਾ ਮਹਾਰਾਜ ਜੇ ਮੇਰੇ ਕੋਲੋਂ ਪੁੱਛਦੇ ਪਏ ਹੋ ਨਾ, ਮੈਂ ਕੋਈ ਤੁਹਾਨੂੰ ਅੰਦਾਜ਼ਾ ਲਾ ਕੇ ਨਹੀਂ ਦੱਸਣ ਲੱਗਾ ਵੀ ਅੰਦਾਜ਼ੇ ਦੇ ਨਾਲ ਜਾਂ ਆਪਣੇ ਤਜਰਬੇ ਦੇ ਨਾਲ, ਨਹੀਂ ਮਹਾਰਾਜ, ਮੈਂ ਤੇ ਆਉਣ ਵਾਲੇ ਸਮੇਂ ਨੂੰ ਵੀ ਜਾਣਦਾ। ਜੇ ਤੁਸੀਂ ਮੈਨੂੰ ਪੁੱਛਣ ਹੀ ਲੱਗੇ ਹੋ, ਜਾਣਦੇ ਤੇ ਤੁਸੀਂ ਸਭ ਕੁਝ ਹੀ ਹੋ। ਜੇ ਤੁਸੀਂ ਪੁੱਛ ਲਿਆ ਤਾਂ ਫਿਰ ਮੈਂ ਤੁਹਾਨੂੰ ਦੱਸ ਦਿੰਦਾ ਵੀ ਇਹ ਜੰਗ ਕਿਹਨੇ ਜਿੱਤਣਾ ਤੇ ਕਿਵੇਂ ਜਿੱਤਣਾ ਹੈ। ਇਹ ਮਹੰਤ ਕਿਵੇਂ ਬੇਨਤੀਆਂ ਕਰਦਾ ਹੈ, ਇਹ ਆਪਾਂ ਕੱਲ੍ਹ ਦੇ ਦੀਵਾਨ ਵਿੱਚ ਸਰਵਣ ਕਰਾਂਗੇ। ਸਮੇਂ ਦੀ ਸਮਾਪਤੀ, ਭੁੱਲਾਂ ਦੀ ਮੁਆਫੀ। ਬਚਨ ਉਪਦੇਸ਼ ਗੁਰੂ ਕਾ ਹਿਰਦੇ ਵਸੇ, ਭੁੱਲਾਂ ਦਾਸ ਦੀਆਂ ਮੁਆਫ ਕਰਨੀਆਂ। ਲੇਖੈ ਕਤਹਿ ਨ ਛੂਟੀਐ, ਬਖਸ਼ਨਹਾਰ ਬਖਸ਼ ਲੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।